ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੁੱਡ ਈਵਨਿੰਗ, ਨਮਸਕਾਰ। ਮੈਂ ਡਾਕਟਰ ਪਿਊਸ਼ ਮਹਾਜਨ, ਸਾਈਕੈਟ੍ਰਿਸਟ, ਪਿਊਸ਼ਿਕਾ ਅ ਮੈਂਟਲ ਹੈਲਥ ਗਾਈਡ ਤੋਂ। ਅੱਜ ਅਸੀਂ ਜਿਹੜੇ ਟੌਪਿਕ ਬਾਰੇ ਗੱਲ ਕਰਾਂਗੇ ਉਹ ਹੈ ਇਨਸੋਮਨੀਆ, ਯਾਨੀ ਨੀਂਦ ਨਾ ਆਉਣ ਦੀ ਬਿਮਾਰੀ। ਇਸ ਬਿਮਾਰੀ ਬਾਰੇ ਜਾਣਕਾਰੀ ਦੇਣਾ ਬਹੁਤ ਹੀ ਜ਼ਰੂਰੀ ਸਮਝਿਆ ਮੈਂ, ਕਿਉਂਕਿ ਮੈਂ ਆਮ ਤੌਰ 'ਤੇ ਆਪਣੀ ਰੂਟੀਨ OPD 'ਚ ਇਹੀ ਦੇਖਣਾ ਹਾਂ ਕਿ ਲੋਕ ਸਾਡੇ ਕੋਲ ਬੜਾ ਸੋਚ ਕੇ, ਬੜਾ ਵਿਚਾਰ ਕਰਕੇ ਨੀਂਦ ਨਾ ਆਉਣ ਦੀ ਬਿਮਾਰੀ ਦਾ ਇਲਾਜ ਕਰਵਾਉਣ ਨੂੰ ਆਉਂਦੇ ਹੈਗੇ ਨੇ। ਉਹ ਪਹਿਲਾਂ ਕੀ ਕਰਦੇ ਨੇ, ਪਹਿਲਾਂ ਤਾਂ ਉਹਨਾਂ ਨੂੰ ਜੇ ਕੋਈ ਨੀਂਦ ਦੀ ਪ੍ਰੋਬਲਮ ਲੱਗਦੀ ਵੀ ਹੈ ਤਾਂ ਉਹ ਸੋਚਦੇ ਆ ਕਿ ਇਹਨੂੰ ਕੋਈ ਪ੍ਰੋਬਲਮ ਕਿਉਂ ਮੰਨਣਾ ਹੈ, ਕੋਈ ਪ੍ਰੋਬਲਮ ਥੋੜ੍ਹੀ ਹੈ। ਫਿਰ ਮਾੜਾ ਮੋਟਾ ਜੇ ਉਹਨਾਂ ਨੂੰ ਕੁਝ ਲੱਗਦਾ ਹੈ ਚਲੋ ਇਹਦਾ ਕੋਈ ਇਲਾਜ ਕਰਾਉਣਾ ਚਾਹੀਦਾ ਅਤੇ ਉਹ ਆਪਣੇ ਦੇਸੀ ਇਲਾਜ ਕਰਦੇ ਨੇ। ਫਿਰ ਜੇ ਦੇਸੀ ਇਲਾਜ ਕਰਕੇ ਵੀ ਨੀਂਦ ਨਾ ਆਏ ਫਿਰ ਉਹ ਕੀ ਕਰਦੇ ਆ, ਕੈਮਿਸਟ ਕੋਲ ਚਲੇ ਜਾਂਦੇ ਆ। ਫਿਰ ਜੇ ਕੈਮਿਸਟ ਕੋਲ ਵੀ ਫਰਕ ਨਾ ਪਏ ਅਤੇ ਫਿਰ ਕਿੱਥੇ ਪਹੁੰਚਦੇ ਆ, ਉਹ ਆਪਣੇ ਲੋਕਲ RMP ਜਾਂ ਕੋਈ BMS ਲੋਕਲ ਡਾਕਟਰ ਕੋਲ। ਜੇ ਉਹਨਾਂ ਕੋਲ ਵੀ ਇਲਾਜ ਨਾ ਆਏ ਫਿਰ ਉਹ ਕਹਿੰਦੇ ਆ ਕਿ ਚਲੋ ਮੈਡੀਕਲ ਸਪੈਸ਼ਲਿਸਟ ਨੂੰ ਦਿਖਾ ਲੈਂਦੇ ਹਾਂ, ਮੈਡੀਕਲ ਸਪੈਸ਼ਲਿਸਟ ਜਾਂ ਫਿਰ ਨਿਊਰੋਲੋਜਿਸਟ ਨੂੰ ਦਿਖਾ ਲੈਂਦੇ ਹਾਂ। ਅਤੇ ਇੱਦਾਂ ਘੁੰਮ ਘੁਮਾ ਕੇ ਫਿਰ ਉਹ ਬਹੁਤ ਅਖੀਰ 'ਚ, ਬਹੁਤ ਲਾਸਟ 'ਚ ਜਦੋਂ ਸਾਰੇ ਹੱਲ ਮੁੱਕ ਜਾਂਦੇ ਨੇ, ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਤਾਂ ਹੱਲ ਕੋਈ ਨਹੀਂ ਹੈ, ਹੁਣ ਤਾਂ ਸਾਨੂੰ ਨੀਂਦ ਦੀ ਬਿਮਾਰੀ ਦਾ ਜਿਹੜਾ ਸਪੈਸ਼ਲਿਸਟ ਹੁੰਦਾ ਯਾਨੀ ਸਾਈਕੈਟ੍ਰਿਸਟ ਉਹਦੇ ਕੋਲ ਜਾਣਾ ਚਾਹੀਦਾ, ਤਾਂ ਉਹ ਬੜਾ ਵਿਚਾਰ ਕਰਕੇ ਫਿਰ ਸਾਡੇ ਤੱਕ ਪਹੁੰਚਦੇ ਨੇ। ਪਰ ਮਾੜਾ ਕੰਮ ਇਹ ਹੋ ਜਾਂਦਾ ਹੈ ਇੰਨੀ ਦੇਰ ਦੇ ਵਿੱਚ ਕਿ ਜਿਹੜੀ ਬਿਮਾਰੀ 5 ਜਾਂ 10 ਦਿਨ ਦੇ ਵਿੱਚ ਠੀਕ ਹੋਣੀ ਚਾਹੀਦੀ ਹੈ, ਉਹ ਹੁਣ ਇਸ ਲੈਵਲ ਤੱਕ ਪਹੁੰਚ ਜਾਂਦੀ ਹੈ ਕਿ ਉਹਦਾ ਠੀਕ ਹੋਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ ਅਤੇ ਦਵਾਈਆਂ ਦੀ ਡੋਜ਼ ਵੀ ਵੱਧ ਦੇਣੀ ਪੈਂਦੀ ਹੈ। ਅਤੇ ਕਈ ਮਰੀਜ਼ਾਂ 'ਚ 2-3 ਦਵਾਈਆਂ ਇਕੱਠੀਆਂ ਵੀ ਦੇਣੀ ਪੈ ਜਾਂਦੀਆਂ ਨੇ। ਇਸ ਕਰਕੇ ਨੀਂਦ ਨਾ ਆਉਣ ਦੀ ਬਿਮਾਰੀ ਦਾ ਬਾਰੇ ਪਤਾ ਹੋਣਾ ਅਤੇ ਉਹਦਾ ਇਲਾਜ ਕਰਾਉਣਾ ਬੇਸ਼ੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਹੁਣ ਨੀਂਦ ਦੀ ਬਿਮਾਰੀ, ਜੇ ਆਪਾਂ ਕਹੀਏ ਨੀਂਦ ਨਾ ਆਉਣ ਦੀ ਬਿਮਾਰੀ, ਮੈਂ ਮੋਰ ਸਪੈਸੀਫਿਕ ਹੋਵਾਂਗਾ ਕਿ ਇਹਦੇ ਲੱਛਣ ਕੀ ਹੁੰਦੇ ਹੈ, ਸਾਨੂੰ ਕਿੱਦਾਂ ਪਤਾ ਲੱਗੇ ਕਿ ਸਾਨੂੰ ਨੀਂਦ ਨਾ ਆਉਣ ਦੀ ਬਿਮਾਰੀ ਯਾਨੀ ਇਨਸੋਮਨੀਆ ਹੈਗਾ। ਇਹਦੇ ਕੁਝ ਲੱਛਣ ਹਨ ਜਿਹੜੇ ਮੈਂ ਇੱਕ ਇੱਕ ਕਰਕੇ ਦੱਸੂਗਾ। ਸਭ ਤੋਂ ਪਹਿਲਾ ਲੱਛਣ ਤੇ ਹੈ ਕਿ ਨੀਂਦ ਦਾ ਲੇਟ ਆਉਣਾ, ਯਾਨੀ ਇਹਨੂੰ ਇੰਗਲਿਸ਼ 'ਚ ਕਹਿ ਦਿੰਦੇ ਆ ਕਿ ਡਿਸਆਰਡਰ ਆਫ ਔਨਸੈਟ ਆਫ ਸਲੀਪ। ਮੰਨ ਲਓ ਇੱਕ ਇਨਸਾਨ ਜਿਹੜਾ ਬੈੱਡ 'ਤੇ ਸੌਣ ਲਈ ਜਾ ਰਿਹਾ ਹੈ, ਉਹਦਾ ਰੂਟੀਨ ਉਹ ਕੀ ਕਰਦਾ ਹੈ ਕਿ ਰੂਟੀਨ 'ਚ ਉਹ 10 ਵਜੇ ਤੋਂ ਲੈ ਕੇ ਰੋਜ਼ 6 ਵਜੇ ਤੱਕ ਸੌਂਦਾ। ਪਰ ਜੇ ਉਹਨੂੰ ਸਲੀਪ ਔਨਸੈਟ ਜਾਂ ਨੀਂਦ ਦੇਰ ਨਾਲ ਆਉਣ ਦੀ ਪ੍ਰੋਬਲਮ ਸ਼ੁਰੂ ਹੋ ਜਾਏਗੀ ਅਤੇ ਉਹ 10 ਵਜੇ ਜੇ ਬੈੱਡ 'ਤੇ ਲੰਮੇ ਪੈ ਜਾਏਗਾ ਅਤੇ ਉਹਨੂੰ ਨੀਂਦ ਜਾ ਕੇ ਕਦੋਂ ਆਏਗੀ, ਅੱਧੇ ਘੰਟੇ ਤੋਂ ਬਾਅਦ। ਕਈ ਵਾਰ 1 ਘੰਟਾ ਵੀ ਲੱਗ ਸਕਦਾ, ਕਈ ਵਾਰ 2 ਘੰਟੇ ਵੀ ਲੱਗ ਸਕਦੇ ਆ। ਅਤੇ ਜਿਹੜਾ ਬੰਦਾ ਰੂਟੀਨ ਤੌਰ 'ਤੇ ਅੱਗੇ 10 ਵਜੇ ਸੌਂਦਾ ਸੀ, ਹੁਣ ਇਹੋ ਜਿਹੇ ਲੱਛਣ ਦੇ ਆਉਣ 'ਤੇ ਉਹ 10 ਵਜੇ ਨਹੀਂ, ਕਈ ਵਾਰ 11 ਵਜੇ, ਕਈ ਵਾਰ ਪੌਣੇ 11 ਵਜੇ, ਕਈ ਵਾਰ 12 ਵਜੇ ਤੱਕ ਹੀ ਸੌਂਦਾ ਹੈ। ਬੇਸ਼ੱਕ ਉਹ ਬੈੱਡ 'ਤੇ ਲੇਟ ਜ਼ਰੂਰ 10 ਵਜੇ ਜਾਂਦਾ, ਪਰ ਉਹਦੀ ਜਿਹੜੀ ਨੀਂਦ ਹੈ ਉਹ 1 ਘੰਟੇ ਬਾਅਦ ਜਾਂ 2 ਘੰਟੇ ਬਾਅਦ ਆਮ ਤੌਰ 'ਤੇ ਸ਼ੁਰੂ ਹੁੰਦੀ ਹੈ। ਟੈਕਨੀਕਲੀ ਜੇ ਮੈਂ ਕਹਾਂ ਤਾਂ ਘੱਟ ਤੋਂ ਘੱਟ ਆਪਾਂ 15 ਮਿੰਟ ਜਾਂ ਅੱਧਾ ਘੰਟਾ ਮੰਨਦੇ ਹਾਂ। ਜੇ 15 ਮਿੰਟ ਤੋਂ ਵੱਧ ਲੱਗਦਾ ਜਾਂ ਫਿਰ ਅੱਧੇ ਘੰਟੇ ਤੋਂ ਵੱਧ ਲੱਗਦਾ, ਅੱਧਾ ਘੰਟਾ ਮੋਰ ਸਪੈਸੀਫਿਕ ਹੈ ਜਿਹੜਾ ਲਿਟਰੇਚਰ 'ਚ ਮੈਂਸ਼ਨਡ ਹੈ। ਜੇ ਤੁਹਾਡੇ ਬੈੱਡ 'ਤੇ ਲੇਟਣ ਤੋਂ ਬਾਅਦ ਵੀ ਅੱਧੇ ਘੰਟੇ ਤੱਕ ਤੁਹਾਨੂੰ ਨੀਂਦ ਨਾ ਆਏ, ਇਹਦਾ ਮਤਲਬ ਤੁਹਾਨੂੰ ਡਿਸਟਰਬੈਂਸ ਇਨ ਔਨਸੈਟ ਆਫ ਸਲੀਪ ਹੈ। ਇੱਕ ਨੀਂਦ ਨਾ ਆਉਣ ਦੀ ਬਿਮਾਰੀ ਯਾਨੀ ਇਨਸੋਮਨੀਆ ਦਾ ਇੱਕ ਪਹਿਲਾ ਲੱਛਣ ਹੈਗਾ। ਦੂਸਰਾ, ਕਈ ਮਰੀਜ਼ਾਂ 'ਚ ਸਲੀਪ ਮੇਨਟੇਨੈਂਸ, ਯਾਨੀ ਨੀਂਦ ਆ ਤਾਂ ਜਾਂਦੀ ਆ ਉਹਨਾਂ ਨੂੰ ਟਾਈਮ 'ਤੇ, ਉਹ 10 ਵਜੇ ਪੈਣਗੇ ਬੈੱਡ 'ਤੇ ਅਤੇ ਨਾਲ ਦੀ ਨਾਲ ਨੀਂਦ ਆ ਜਾਏਗੀ। ਪਰ ਉਹ ਕਹਿਣਗੇ ਮੈਂ 10 ਵਜੇ ਪੈ ਗਿਆ, ਮੈਨੂੰ 12 ਵਜੇ ਤੱਕ 1 ਵਜੇ ਤੱਕ ਨੀਂਦ ਆ ਗਈ, ਫਿਰ ਪਰ ਉਸ ਤੋਂ ਬਾਅਦ ਮੇਰੀ ਨੀਂਦ ਇੰਨੀ ਵਾਰ ਖੁੱਲ੍ਹੀ ਕਿ ਮਾੜਾ ਜੀ ਕੋਈ ਹਲਚਲ ਹੋਈ ਬਾਹਰ ਜਾਂ ਮਾੜਾ ਜਿਹਾ ਵੀ ਆਵਾਜ਼ ਹੋਈ ਅਤੇ ਮੈਂ ਉੱਠ ਜਾਂਦਾ, ਚਾਹੇ ਹਲਚਲ ਨਾ ਵੀ ਹੋਏ। ਕਈ ਮਰੀਜ਼ ਤਾਂ ਇੱਦਾਂ ਕਹਿੰਦੇ ਕਿ ਡਾਕਟਰ ਸਾਹਿਬ ਮੇਰੀ ਨੀਂਦ 10 ਵਜੇ ਤੋਂ ਲੈ ਕੇ 12-1 ਵਜੇ ਤੱਕ ਹੀ ਰਹਿੰਦੀ ਹੈ, ਫਿਰ ਆਪੇ ਖੁੱਲ੍ਹ ਜਾਂਦੀ ਹੈ, ਉਹਦਾ ਕੋਈ ਕਾਰਨ ਵੀ ਨਹੀਂ ਲੱਭਦਾ। ਫਿਰ ਮੈਂ 1 ਵਜੇ ਫਿਰ ਕੁਛ ਨਾ ਕੁਛ ਕਰਨਾ, ਕਦੀ ਪਾਸੇ ਬਦਲਣਾ, ਕਦੀ ਕੁਛ ਕਰਨਾ, ਕਦੀ ਫੋਨ 'ਤੇ ਟਿਕ ਕਰਨਾ, ਪਰ ਮੈਨੂੰ ਨੀਂਦ ਫਿਰ ਵੀ ਨਹੀਂ ਆਉਂਦੀ। ਫਿਰ ਪਤਾ ਨਹੀਂ ਕਿਸ ਟਾਈਮ ਆਪ ਹੀ ਨੀਂਦ ਆ ਜਾਏਗੀ, ਫਿਰ ਕੁਛ ਦੇਰ ਬਾਅਦ 2-2.5 ਘੰਟੇ ਬਾਅਦ ਫਿਰ ਖੁੱਲ੍ਹ ਜਾਏਗੀ। ਅਤੇ ਇਸ ਤਰ੍ਹਾਂ ਦੇ ਲੱਛਣ ਨੂੰ ਆਪਾਂ ਕਹਿੰਦੇ ਹਾਂ ਕਿ ਡਿਸਟਰਬੈਂਸ ਇਨ ਸਲੀਪ ਮੇਨਟੇਨੈਂਸ, ਮਤਲਬ ਨੀਂਦ ਦਾ ਲਗਾਤਾਰ ਕਾਇਮ ਨਾ ਰਹਿਣਾ। ਇਹ ਵੀ ਇਨਸੋਮਨੀਆ ਜਾਂ ਨੀਂਦ ਨਾ ਆਉਣ ਦੀ ਬਿਮਾਰੀ ਦਾ ਦੂਜਾ ਲੱਛਣ ਹੈ। ਤੀਸਰਾ ਹੁੰਦਾ ਹੈ ਕਿ ਸਵੇਰੇ ਤੜਕੇ ਜਲਦੀ ਜਾਗ ਖੁੱਲ੍ਹ ਜਾਣੀ।
ਜਾਂ ਇਹਨੂੰ अर्ਲੀ ਅਵੇਕਨਿੰਗ ਕਹਿ ਜਾਂਦੇ ਆ। ਆਮ ਤੌਰ 'ਤੇ ਕੀ ਹੁੰਦਾ ਹੈ ਕਿ ਜਿਹੜਾ ਐਗਜ਼ਾਮਪਲ ਮੈਂ ਸ਼ੁਰੂ ਦਿੱਤਾ ਕਿ ਇੱਕ ਇਨਸਾਨ ਜਿਹੜਾ 10 ਵਜੇ ਤੋਂ ਲੈ ਕੇ 6 ਵਜੇ ਤੱਕ ਸੌਂਦਾ ਹੈ ਅਤੇ ਉਹ ਜੇ ਇਸ ਤਰੀਕੇ ਨਾਲ ਸੋਏ ਉਹ ਚੰਗਾ ਮਹਿਸੂਸ ਕਰਦਾ ਅਗਲੇ ਦਿਨ, ਆਪਣੇ ਸਾਰੇ ਕੰਮ ਵਗੈਰਾ ਸਾਰੇ ਕੰਮ ਕਾਜ ਜਿਹੜੇ ਆ ਚੰਗੀ ਤਰ੍ਹਾਂ ਕਰ ਪਾਉਂਦਾ। ਪਰ ਜੇ ਕਿਸੇ ਨੂੰ अर्ਲੀ ਅਵੇਕਨਿੰਗ ਹੋਏਗੀ ਉਹ 10 ਵਜੇ ਸੋ ਵੀ ਜਾਏਗਾ, ਨੀਂਦ ਟਾਈਮ 'ਤੇ ਆ ਵੀ ਜਾਏਗੀ, ਵਿੱਚ ਖੁੱਲ੍ਹੇਗੀ ਵੀ ਨਹੀਂ। ਪਰ ਜਿਹੜੀ ਉਹ 6 ਵਜੇ ਉੱਠਦਾ ਸੀ ਜਿਹੜੇ ਟਾਈਮ, ਹੁਣ अर्ਲੀ ਅਵੇਕਨਿੰਗ ਦੀ ਪ੍ਰੋਬਲਮ ਕਰਕੇ, ਜਿਹੜਾ ਇਨਸੋਮਨੀਆ ਦਾ ਇੱਕ ਤੀਜਾ ਲੱਛਣ ਹੈ, ਉਹਦੇ ਕਰਕੇ ਉਹ 4 ਵਜੇ ਉੱਠਣ ਲੱਗ ਪਏਗਾ। ਯਾਨੀ ਜੇ ਟੈਕਨੀਕਲੀ ਕਹਾਂ, ਬੰਦਾ ਜਿਹੜੇ ਟਾਈਮ 'ਤੇ ਰੋਜ਼ਾਨਾ ਆਪਣੇ ਉੱਠਦਾ ਹੈ ਉਸ ਤੋਂ 2 ਘੰਟਾ ਪਹਿਲਾਂ ਜੇ ਤੁਹਾਡੀ ਜਾਗ ਖੁੱਲ੍ਹਣ ਲੱਗ ਜੇ, ਉਹਨੂੰ ਕਹਿ ਦਿੰਦੇ ਆ ਕਿ ਡਿਸਟਰਬੈਂਸ ਇਨ ਸਲੀਪ ਜਾਂ ਫਿਰ अर्ਲੀ ਅਵੇਕਨਿੰਗ। ਜੇ ਜ਼ਿਆਦਾ ਸਹੀ ਤਰੀਕੇ ਨਾਲ ਕਹਾਂ, अर्ਲੀ ਅਵੇਕਨਿੰਗ ਮਤਲਬ ਤੜਕੇ ਸਵੇਰੇ ਜਲਦੀ, ਬਹੁਤ ਜਲਦੀ ਜਾਗ ਖੁੱਲ੍ਹ ਜਾਣੀ, ਜਿਸ ਕਰਕੇ ਮਰੀਜ਼ ਚੰਗੀ ਤਰ੍ਹਾਂ ਆਪਣੀ ਨੀਂਦ ਨਹੀਂ ਲੈ ਸਕੇਗਾ। ਹੁਣ ਇਹ ਜਿਹੜੇ 3 ਲੱਛਣ ਸੀ, ਇਹ ਬਹੁਤ ਹੀ ਕਾਮਨ ਲੱਛਣ ਨੇ, ਬਹੁਤ ਹੀ ਆਮ ਤੌਰ 'ਤੇ ਦੇਖੇ ਜਾਂਦੇ ਹਨ। ਇਹ 3 ਲੱਛਣਾਂ ਤੋਂ ਇਲਾਵਾ ਕਈ ਮਰੀਜ਼ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਹੈ ਕਿ ਮੈਨੂੰ ਨੀਂਦ ਦੀ ਨਾ ਤਾਂ ਕੋਈ ਟਾਈਮਿੰਗ ਦੀ ਪ੍ਰੋਬਲਮ ਹੈ, ਆ ਵੀ ਜਾਂਦੀ ਟਾਈਮ 'ਤੇ, ਕੋਈ ਮੇਨਟੇਨੈਂਸ ਦੀ ਪ੍ਰੋਬਲਮ ਵੀ ਨਹੀਂ ਹੈ ਕਿ ਨੀਂਦ ਕਾਇਮ ਵੀ ਰਹਿੰਦੀ ਹੈ ਚੰਗੀ ਤਰ੍ਹਾਂ, ਰਾਤੀ ਮਤਲਬ ਸੁੱਤਾ ਵੀ ਰਹਿਣਾ, ਸਵੇਰੇ ਤੜਕੇ ਵੀ ਟਾਈਮ 'ਤੇ ਜਾਗ ਖੁੱਲ੍ਹਦੀ ਹੈ। ਪਰ ਡਾਕਟਰ ਸਾਹਿਬ ਮੇਰੀ ਅੱਖਾਂ ਬੰਦ ਹੁੰਦੀਆਂ ਇਹ ਸਾਰੇ ਦੌਰਾਨ, ਪਰ ਮੇਰਾ ਦਿਮਾਗ ਨਹੀਂ ਬੰਦ ਹੁੰਦਾ ਚੱਲਣਾ। ਮੈਨੂੰ ਇਹ ਲੱਗਦਾ ਕਿ ਮੈਂ ਬੈੱਡ 'ਤੇ ਲੇਟਦਾ ਅਤੇ ਮੇਰੇ ਨਾਲ ਦੀ ਨਾਲ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਨੇ, ਜਾਂ ਫਿਰ ਨਾਲ ਦੀ ਨਾਲ ਮੇਰਾ ਦਿਮਾਗ ਚੱਲਣਾ ਸ਼ੁਰੂ ਹੋ ਜਾਂਦਾ ਅਤੇ ਸਵੇਰ ਤੱਕ ਮੈਂ ਕੁਛ ਨਾ ਕੁਛ ਸੋਚਦਾ ਹੀ ਰਹਿਣਾ। ਇੱਦਾਂ ਲੱਗਦਾ ਕਿ ਮੈਂ ਸਾਰੀ ਰਾਤ ਨਹੀਂ ਸੁੱਤਾ। ਪਰ ਮੇਰੀ ਵਾਈਫ ਕਹਿੰਦੀ ਹੈ ਜਾਂ ਮੇਰਾ ਬੈੱਡ ਪਾਰਟਨਰ ਕਹਿੰਦਾ ਹੈ ਕਿ ਤੁਸੀਂ ਪੂਰੀ ਰਾਤ 'ਤੇ ਸੁੱਤੇ ਰਹੇ ਹੋ, ਤੁਹਾਨੂੰ ਦਿੱਕਤ ਕਿੱਥੋਂ ਹੈ। ਅਤੇ ਇਹੋ ਜਿਹੇ ਮਰੀਜ਼ ਵੀ ਹੁੰਦੇ ਹਨ ਜਿਨ੍ਹਾਂ ਨੂੰ ਨਾ ਤਾਂ ਡਿਸਟਰਬੈਂਸ ਇਨ ਔਨਸੈਟ ਹੁੰਦਾ, ਨਾ ਮੇਨਟੇਨੈਂਸ ਹੁੰਦਾ, ਨਾ अर्ਲੀ ਅਵੇਕਨਿੰਗ ਹੁੰਦੀ ਹੈ, ਪਰ ਉਹਨਾਂ ਨੂੰ ਨੋਨ ਰਿਫਰੈਸ਼ਨਿੰਗ ਸਲੀਪ ਹੁੰਦੀ ਹੈ, ਜਾਂ ਫਿਰ ਉਹਨਾਂ ਦਾ ਦਿਮਾਗ ਸਾਰੀ ਰਾਤ ਚੱਲਦਾ ਰਹਿੰਦਾ। ਇਹ ਵੀ ਕਈਆਂ ਨੂੰ ਆਮ ਤੌਰ 'ਤੇ ਦੇਖਿਆ ਜਾਂਦਾ ਹੈ। ਹੁਣ ਇਹ ਸੀਗੇ ਲੱਛਣ। ਹੁਣ ਆਪਾਂ ਕਹੀਏ ਕਿ ਖਾਲੀ ਇਹ ਲੱਛਣ ਹੋਣ ਦੇ ਆਧਾਰ 'ਤੇ ਆਪਾਂ ਨੀਂਦ ਦੀ ਬਿਮਾਰੀ ਕਹਿ ਸਕਦੇ ਹਾਂ? ਨਾ, ਇਹ ਲੱਛਣਾਂ ਦਾ ਹੋਣਾ ਖਾਲੀ ਜ਼ਰੂਰੀ ਨਹੀਂ ਹੈ। ਇਹਦੇ ਲਈ ਕੁਝ ਕ੍ਰਾਈਟੀਰੀਆ ਬਣਾਏ ਗਏ ਹਨ ਨੀਂਦ ਨਾ ਆਉਣ ਦੀ ਬਿਮਾਰੀ ਨੂੰ, ਤਾਂ ਹੀ ਆਪਾਂ ਕਹਿੰਦੇ ਹਾਂ ਇਨਸੋਮਨੀਆ। ਹੁਣ ਸਭ ਤੋਂ ਪਹਿਲਾਂ ਇੱਥੇ ਮੈਂ ਇਹ ਗੱਲ ਵੀ ਮੈਂਸ਼ਨ ਕਰੂੰਗਾ ਕਿ ਕਈ ਮਰੀਜ਼ ਆ ਕੇ ਪੁੱਛਦੇ ਆ, ਡਾਕਟਰ ਸਾਹਿਬ ਮੇਰਾ ਪੇਪਰ ਸੀ, ਮੈਨੂੰ ਇੱਕ ਰਾਤ ਨੀਂਦ ਨਹੀਂ ਆਈ, ਜਾਂ ਮੇਰੇ ਘਰ ਕੋਈ ਪ੍ਰੋਬਲਮ ਸੀ, ਮੈਨੂੰ ਇੱਕ ਰਾਤ ਨੀਂਦ ਨਹੀਂ ਆਈ, ਜਾਂ ਮੇਰਾ ਕੋਈ ਫਾਈਨੈਂਸ਼ੀਅਲ ਸਟ੍ਰੈਸਰ ਸੀਗਾ, ਮੈਨੂੰ ਨੀਂਦ ਨਹੀਂ ਆ ਰਹੀ 2-3 ਦਿਨ ਤੋਂ। ਕੀ ਇਹਨੂੰ ਇਨਸੋਮਨੀਆ ਕਵਾਂਗੇ? ਅਸੀਂ ਹੁਣ ਕ੍ਰਾਈਟੀਰੀਆ ਬਾਰੇ ਗੱਲ ਕਰਕੇ ਇਹ ਗੱਲਾਂ ਨੂੰ ਕਲੀਅਰ ਕਰਾਂਗੇ। ਹੁਣ ਕ੍ਰਾਈਟੀਰੀਆ ਕੀ ਹੈ, ਉਹਨਾਂ ਦਾ ਨਾਂ ਕੀ ਹੈ? ਕ੍ਰਾਈਟੀਰੀਆ ਇੱਕ ਅਮਰੀਕਨ ਅਕੈਡਮੀ ਹੈ ਸਲੀਪ ਮੈਡੀਸਨ ਦੀ, ਉਹਨਾਂ ਨੇ ਦਿੱਤੇ ਹੋਏ ਆ ਜਿਹੜੇ ਉਹ ਕ੍ਰਾਈਟੀਰੀਆ ਦਾ ਨਾਮ ਕੀ ਹੈ? ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਸਲੀਪ ਡਿਸਆਰਡਰਸ, ICSD ਵਰਜ਼ਨ 3। ਇਹ ਕਰੰਟਲੀ ਜੋ ਲੇਟੈਸਟ ਗਾਈਡਲਾਈਨਸ ਹੈ ਉਹ ਹੈਗੀਆਂ 3 ਵਾਲੀਆਂ, ICSD ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਸਲੀਪ ਡਿਸਆਰਡਰਸ 3rd ਵਰਜ਼ਨ। ਹੁਣ ਇਹਦੇ ਅਕੋਰਡਿੰਗ 3 ਲੱਛਣ ਜਿਹੜੇ ਮੈਂ ਦੱਸੇ ਆ ਤੁਹਾਨੂੰ, ਡਿਸਟਰਬੈਂਸ ਇਨ ਔਨਸੈਟ ਆਫ ਸਲੀਪ, ਡਿਸਟਰਬੈਂਸ ਇਨ ਮੇਨਟੇਨੈਂਸ ਆਫ ਸਲੀਪ ਔਰ अर्ਲੀ ਅਵੇਕਨਿੰਗ, ਇਹਨਾਂ ਤਿੰਨਾਂ 'ਚ ਕੋਈ ਇੱਕ ਲੱਛਣ ਹੋਣਾ ਚਾਹੀਦਾ, ਜਾਂ ਕਈ ਵਾਰ ਇੱਕ ਤੋਂ ਵੱਧ ਵੀ ਹੋ ਸਕਦੇ ਨੇ। ਦੂਸਰਾ, ਪਹਿਲਾ ਕ੍ਰਾਈਟੀਰੀਆ ਇਹ ਹੋ ਗਿਆ ਕਿ ਇਹਨਾਂ 'ਚੋਂ ਇੱਕ ਲੱਛਣ ਹੋਏ। ਦੂਜਾ, ਜੇ ਬੰਦੇ ਨੂੰ ਕੋਈ ਵੀ ਉੱਪਰ ਵਾਲੇ ਜਿਹੜੇ 3 ਲੱਛਣ ਦੱਸੇ ਹੈ ਉਹਨਾਂ 'ਚੋਂ ਕੋਈ ਵੀ ਇੱਕ ਲੱਛਣ ਹੁੰਦਾ ਜਾਂ ਇੱਕ ਤੋਂ ਵੱਧ ਲੱਛਣ ਹੁੰਦਾ, ਉਹਦੇ ਨਾਲ ਬੰਦਾ ਅਗਲੇ ਦਿਨ ਕੁਛ ਦਿਨ ਦੇ ਵਿੱਚ ਹੁਣ ਵਾਲੇ ਜਿਹੜੇ ਮੈਂ ਦੱਸ ਰਿਹਾ ਉਹ ਲੱਛਣ ਮਹਿਸੂਸ ਕਰੇ, ਸਾਰਾ ਦਿਨ ਥਕਾਵਟ ਮਹਿਸੂਸ ਕਰੇ, ਸਾਰਾ ਦਿਨ ਆਪਣਾ ਕੰਮ ਕਾਜ ਪੂਰੇ ਧਿਆਨ ਨਾਲ ਜਾਂ ਪੂਰੀ ਕੰਸਨਟ੍ਰੇਸ਼ਨ ਨਾਲ ਨਾ ਕਰ ਪਾਏ, ਆਪਣੇ ਘਰ ਦੇ ਕੰਮ, ਆਪਣੇ ਆਫਿਸ ਦੇ ਕੰਮ, ਆਪਣੇ ਪ੍ਰੋਫੈਸ਼ਨ ਜਾਂ ਅਕੈਡਮਿਕਸ ਰਿਲੇਟਡ ਕੰਮ ਉਹ ਕਰ ਬਿਲਕੁਲ ਨਾ ਪਾਏ, ਉਹਦਾ ਮੂਡ ਚਿੜਚਿੜਾ ਰਹੇ, ਉਹ ਖਿੱਚਦਾ ਰਹੇ ਸਾਰਾ ਦਿਨ, ਉਹਨੂੰ ਇਸ ਤਰ੍ਹਾਂ ਲੱਗੇ ਕਿ ਉਹਦੀ ਸਾਰੇ ਦਿਨ ਦੀ ਸੋਚ ਆਪਣੀ ਨੀਂਦ ਦੇ ਹੇਠ ਹੀ, ਨੀਂਦ ਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ। ਜੇ ਇਹਨਾਂ ਵਿੱਚੋਂ ਜਿਹੜੀਆਂ ਮੈਂ 3-4 ਚੀਜ਼ਾਂ ਕਹੀਆਂ ਕਿ ਥਕਾਵਟ ਰਹਿਣਾ, ਕੰਮ 'ਤੇ ਧਿਆਨ ਨਾ ਕਰ ਪੈਣਾ, ਮੂਡ 'ਚ ਚਿੜਚਿੜਾਪਨ ਰਹਿਣਾ, ਗੁੱਸਾ ਜਲਦੀ ਕਰ ਲੈਣਾ, ਸਾਰਾ ਦਿਨ ਨੀਂਦ ਦੀ ਸੋਚ ਰਹਿਣੀ ਅਗਲੇ ਦਿਨ, ਅਤੇ ਇਹਨਾਂ 'ਚੋਂ ਵੀ ਕੋਈ ਇੱਕ ਲੱਛਣ ਹੋਏ ਅਤੇ ਪਿਛਲਾ ਵੀ ਇੱਕ ਲੱਛਣ ਹੋਏ ਕਿ ਜਿਵੇਂ ਮੈਂ 3 ਲੱਛਣ ਦੱਸੇ, ਇਹ ਮਤਲਬ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ, ਇੱਕ ਨਾਈਟ ਟਾਈਮ ਸਿੰਪਟਮ, ਇੱਕ ਡੇ ਟਾਈਮ ਸਿੰਪਟਮ ਮੈਂ ਜਿਹੜੇ ਗਏ। ਅਤੇ ਤੀਸਰਾ ਕ੍ਰਾਈਟੀਰੀਆ ਦਾ ਪਾਰਟ ਹੈ ਕਿ ਹਫਤੇ ਦੇ ਵਿੱਚ 3 ਰਾਤਾਂ ਇਹੋ ਜਿਹੀਆਂ ਹੋਣ
ਜਿਹਦੇ 'ਚ ਪੇਸ਼ੈਂਟ ਨੂੰ ਇੱਕ ਨਾਈਟ ਟਾਈਮ ਸਿੰਪਟਮ ਹੋਇਆ ਹੋਏ ਤੇ ਇੱਕ ਡੇ ਟਾਈਮ ਸਿੰਪਟਮ ਹੋਇਆ ਹੋਏ। ਚੌਥਾ ਹੈ ਕਿ ਬੰਦੇ ਨੂੰ, ਉਸ ਇਨਸਾਨ ਨੂੰ ਜੋ ਸਲੀਪ ਦੀ ਪ੍ਰੋਬਲਮ ਦੇ ਡਿਸਕਸ਼ਨ ਲਈ ਤੁਹਾਡੇ ਕੋਲ ਆਇਆ, ਉਹਨੂੰ ਅੱਛੀ ਤਰ੍ਹਾਂ ਨੀਂਦ ਲੈਣ ਲਈ ਓਪਰਚੁਨਿਟੀ ਮਿਲੀ ਹੋਏ, ਉਹਦਾ ਮਾਹੌਲ ਨੀਂਦ ਲੈਣ ਵਾਲਾ ਹੋਇਆ ਹੋਏ, ਫਿਰ ਵੀ ਉਹਨੂੰ ਨੀਂਦ ਨਾ ਆਈ ਹੋਏ। ਇਹ ਮੈਂ ਇਸ ਤਰ੍ਹਾਂ ਸਮਝਾਉਣਾ ਚਾਹੂੰਗਾ ਕਿ ਮੰਨ ਲਓ ਕਿ ਕੋਈ ਇਨਸਾਨ ਫੁੱਟਪਾਥ 'ਤੇ ਸੋ ਰਿਹਾ ਅਤੇ ਉਹ ਆ ਕੇ ਸਾਨੂੰ ਕਹੇ ਕਿ ਮੈਨੂੰ ਰਾਤੀ ਨੀਂਦ ਨਹੀਂ ਆਉਂਦੀ, ਅਤੇ ਆਪਾਂ ਇਹੋ ਜਿਹੇ ਮਰੀਜ਼ ਨੂੰ ਕਦੀ ਵੀ ਨਹੀਂ ਕਹਾਂਗੇ ਕਿ ਹਾਂ ਤੈਨੂੰ ਨੀਂਦ ਦੀ ਪ੍ਰੋਬਲਮ ਹੈ। ਆਪਾਂ ਹੋਰ ਵੀ ਕੁਝ ਚੀਜ਼ਾਂ ਪੁੱਛਾਂਗੇ, ਤਾਂ ਜਾ ਕੇ ਅਸੀਂ ਸੋਚਾਂਗੇ ਕਿ ਹੋ ਸਕਦਾ ਇਹਨੂੰ ਨੀਂਦ ਦੀ ਪ੍ਰੋਬਲਮ ਹੋਵੇ। ਪਰ ਜਿਹੜਾ ਬੰਦਾ ਆਪਣੇ ਰੂਮ 'ਚ, ਆਪਣੇ ਘਰ 'ਚ, ਜਿਹੜਾ ਜੇ ਸਰਦੀਆਂ ਅਤੇ ਉਹਨੂੰ ਪ੍ਰੋਪਰ ਬੈੱਡ ਹੈ, ਪ੍ਰੋਪਰ ਰਜਾਈ ਹੈ, ਪ੍ਰੋਪਰ ਹੀਟਰ ਹੈ, ਅਤੇ ਉਹ ਇਹੋ ਜਿਹੇ ਕਮਰੇ 'ਚ ਸੋ ਕੇ ਵੀ ਉਹਨੂੰ ਰਾਤੀ ਨੀਂਦ ਨਹੀਂ ਆਉਂਦੀ, ਸਾਰਾ ਕੁਝ ਹੁੰਦੇ ਹੋਏ ਵੀ ਉਹਨੂੰ ਨੀਂਦ ਨਹੀਂ ਆਏ, ਅਤੇ ਉਹਨੂੰ ਇੱਕ ਰਾਤ ਦਾ ਸਿੰਪਟਮ ਹੋਏ, ਇੱਕ ਦਿਨ ਦਾ ਲੱਛਣ ਹੋਏ ਜਾਂ ਸਿੰਪਟਮ ਹੋਏ, ਅਤੇ ਹਫਤੇ ਦੇ ਵਿੱਚ 3 ਰਾਤਾਂ ਤੇ ਇਹੋ ਜਿਹੀਆਂ ਹੋਣ ਜਿਹਦੇ 'ਚ ਉਹਨੂੰ ਇਹੋ ਜਿਹੇ ਲੱਛਣ ਆਏ ਹੋਣ, ਅਤੇ ਤਾਂ ਜਾ ਕੇ ਆਪਾਂ ਉਹਨੂੰ ਕਹਿਣਾ ਹੈ ਕਿ ਤੈਨੂੰ ਬਈ ਇਨਸੋਮਨੀਆ ਹੈਗਾ ਜਾਂ ਨੀਂਦ ਨਾ ਆਉਣ ਦੀ ਪਰੇਸ਼ਾਨੀ ਹੈਗੀ ਹੈ। ਅਤੇ ਇਹ ਸਾਰਾ ਕੁਝ ਜਿਹੜੇ ਮੈਂ ਲੱਛਣ ਦੱਸੇ ਆ ਉੱਪਰ ਵਾਲੇ, ਉਹ ਕਿਸੇ ਵੀ ਹੋਰ ਬਿਮਾਰੀ ਕਰਕੇ ਨਹੀਂ ਹੈਗੇ ਜਾਂ ਹੋਰ ਮੈਡੀਕਲ ਇਲਨੈਸ ਕਰਕੇ ਨਹੀਂ ਹੋਣ, ਤਾਂ ਜਾ ਕੇ ਆਪਾਂ ਉਹਨੂੰ ਕਹਿਣਾ ਬਈ ਤੈਨੂੰ ICSD-3 ਦੇ ਅਕੋਰਡਿੰਗ ਇਨਸੋਮਨੀਆ ਡਿਸਆਰਡਰ ਜਾਂ ਨੀਂਦ ਨਾ ਆਉਣ ਦੀ ਬਿਮਾਰੀ ਹੈਗੀ ਹੈ। ਹੁਣ ਆਪਾਂ ਕਹੀਏ ਕਿ ਹਰ ਮਰੀਜ਼, ਜਿਹੜਾ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਕੋਈ ਆ ਕੇ ਤੁਹਾਨੂੰ ਪੁੱਛੇ ਕਿ ਮੈਂ 2 ਰਾਤਾਂ ਨਹੀਂ ਸੁੱਤਾ, ਮੈਨੂੰ ਕੋਈ ਟੈਨਸ਼ਨ ਸੀਗੀ ਅਤੇ ਮੈਨੂੰ ਨੀਂਦ ਦੀ ਬਿਮਾਰੀ ਹੈ, ਨਹੀਂ, ਇੱਦਾਂ ਸਿੱਧਾ ਤੁਸੀਂ ਡਾਇਗਨੋਸ ਕਦੀ ਵੀ ਨਹੀਂ ਦੇਣਾ। ਉਹਨੂੰ ਇਹ ਕ੍ਰਾਈਟੀਰੀਆ ਦੇ ਹਿਸਾਬ ਨਾਲ ਤੁਸੀਂ ਗੱਲਾਂ ਪੁੱਛੋ, ਜੇਕਰ ਤੁਹਾਨੂੰ ਲੱਗਦਾ ਕ੍ਰਾਈਟੀਰੀਆ ਫੁੱਲਫਿਲ ਹੋ ਰਹੇ ਨੇ, ਤਾਂ ਜਾ ਕੇ ਆਪਾਂ ਉਹਨੂੰ ਇਨਸੋਮਨੀਆ ਕਹਿਣਾ ਅਤੇ ਉਹਨੂੰ ਕਹਿਣਾ ਹੈ ਕਿ ਤੂੰ ਆਪਣਾ ਇਲਾਜ ਕਰਾ, ਕਿਉਂਕਿ ਤੈਨੂੰ ਇਨਸੋਮਨੀਆ ਹੋ ਰਿਹਾ ਹੈ। ਹੁਣ ਇਨਸੋਮਨੀਆ ਵੀ ਅੱਗੇ 2 ਤਰ੍ਹਾਂ ਦੇ ਹੁੰਦੇ ਹੈ। ਘੱਟ ਤੋਂ ਘੱਟ ਜੇ 1 ਮਹੀਨਾ ਰਹੇ ਤਾਂ ਉਹਨੂੰ ਕਹਿ ਦਿੰਦੇ ਸ਼ਾਰਟ ਟਰਮ ਇਨਸੋਮਨੀਆ। ਜੇ 1 ਮਹੀਨੇ ਤੋਂ ਲੈ ਕੇ ਉਹ 3 ਮਹੀਨੇ ਤੱਕ ਜਾ ਰਿਹਾ ਅਤੇ ਉਹਨੂੰ ਕਹਿ ਦਿੰਦੇ ਕਰੋਨਿਕ ਇਨਸੋਮਨੀਆ। ਅਤੇ ਜਿੱਦਾਂ ਇਹਨਾਂ ਦੇ ਇੰਗਲਿਸ਼ ਦੇ ਵਰਡ ਹੈ ਸ਼ਾਰਟ ਟਰਮ ਅਤੇ ਕਰੋਨਿਕ, ਇੱਦਾਂ ਹੀ ਇਹਨਾਂ ਦੀ ਅੱਗੇ ਜਾ ਕੇ ਪ੍ਰੋਗਨੋਸਿਸ ਹੈ ਜਾਂ ਅੱਗੇ ਜਾ ਕੇ ਇਹਦਾ ਕੀ ਹੋਏਗਾ ਇਹ ਬਿਮਾਰੀ ਦਾ, ਉਹਦਾ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ। ਸ਼ਾਰਟ ਟਰਮ ਇਨਸੋਮਨੀਆ ਦਾ ਆਰਾਮ ਜਲਦੀ ਆ ਜਾਂਦਾ ਹੈ, ਉਹਦੇ ਲਈ ਜ਼ਿਆਦਾ ਲੰਬੀ ਟਰੀਟਮੈਂਟ ਦੀ ਲੋੜ ਨਹੀਂ ਹੁੰਦੀ। ਪਰ ਜੇ ਕੋਈ ਇਨਸਾਨ ਲਾਪਰਵਾਹੀ ਕਰਕੇ ਆਪਣੀ ਨੀਂਦ ਦਾ ਬਿਮਾਰੀ ਦਾ ਇਲਾਜ ਨਹੀਂ ਕਰਾਉਂਦਾ ਅਤੇ ਉਹ ਕਰੋਨਿਕ ਇਨਸੋਮਨੀਆ ਦੀ ਬਿਮਾਰੀ 'ਚ ਤਬਦੀਲ ਹੋ ਜਾਏਗੀ, ਅਤੇ ਉਹਦਾ ਇਲਾਜ ਕਰਨਾ ਦਿਨੋਂ ਦਿਨ ਥੋੜ੍ਹਾ ਮੁਸ਼ਕਿਲ ਹੁੰਦਾ ਜਾਏਗਾ। ਪਰ ਇੱਥੇ ਮੈਂ ਨਾਲ ਇਹ ਵੀ ਕਹਿਣਾ ਚਾਹੂੰਗਾ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਉਹਨੂੰ ਕਰੋਨਿਕ ਇਨਸੋਮਨੀਆ ਹੋ ਗਿਆ ਤਾਂ ਹੁਣ ਕੋਈ ਫਾਇਦਾ ਨਹੀਂ ਹੈ, ਚੁੱਪ ਕਰਕੇ ਘਰ ਬਹਿ ਜਾਓ, ਨਾ ਕੋਈ ਇਲਾਜ ਕਰਾਉਣ ਦੀ ਲੋੜ ਹੈ, ਨਾ ਕਿਤੇ ਜਾਣ ਦੀ ਲੋੜ ਹੈ। ਤੁਸੀਂ ਸਾਈਕੈਟਰਿਸਟ ਨੂੰ ਮਿਲਣਾ ਹੀ ਮਿਲਣਾ। ਸਾਈਕੈਟਰਿਸਟ ਇਜ਼ ਦ ਬੈਸਟ ਪਰਸਨ ਹੂ ਕੈਨ ਟਰੀਟ ਈਵਨ ਕਰੋਨਿਕ ਇਨਸੋਮਨੀਆ। ਸੋ ਤੁਸੀਂ ਫੇਥ ਰੱਖ ਕੇ ਆਪਣਾ ਇਲਾਜ ਕਰਾਉਣ ਲਈ ਜ਼ਰੂਰ ਜਾਣਾ। ਹੁਣ ਇੱਥੇ ਮੈਂ 2 ਚੀਜ਼ਾਂ ਹੋਰ ਵੀ ਮੈਂਸ਼ਨ ਕਰਨੀਆਂ ਚਾਹੂੰਗਾ ਕਿ ਕੁਝ ਲੋਕ ਕੀ ਹੁੰਦੇ ਨੇ, ਸ਼ਾਰਟ ਸਲੀਪਰਸ ਹੁੰਦੇ ਨੇ, ਕੁਝ ਹੁੰਦੇ ਆ ਲੌਂਗ ਸਲੀਪਰਸ। ਸ਼ਾਰਟ ਸਲੀਪਰ ਦਾ ਕੀ ਮਤਲਬ ਹੈ ਕਿ ਜਿਹੜੀ ਘੱਟ ਨੀਂਦ ਲੈ ਕੇ ਵੀ ਆਪਣੀ ਜਿਹੜੀ ਡੇ ਟਾਈਮ ਦੀ ਫੰਕਸ਼ਨਿੰਗ ਹੈ ਪੂਰੀ ਤਰ੍ਹਾਂ ਕਰ ਪਾਉਂਦੇ ਨੇ, ਅਤੇ ਇਹੋ ਜਿਹੇ ਲੋਕਾਂ 'ਚ ਇਨਸੋਮਨੀਆ ਅਸੀਂ ਤਾਂ ਹੀ ਡਾਇਗਨੋਸ ਕਰਨੇ ਆ ਜੇ ਉਹਨਾਂ ਦੀ ਜਿਹੜੀ ਰੂਟੀਨ ਸਲੀਪ ਹੈ। ਮੰਨ ਲਓ ਸ਼ਾਰਟ ਸਲੀਪਰ ਐਵਰੇਜ ਆਪਾਂ ਕਹਿ ਦਿੰਦੇ ਹਾਂ 5 ਘੰਟੇ ਬੰਦਾ ਸੌਂਦਾ, 4 ਤੋਂ 5 ਘੰਟੇ, ਅਤੇ ਜੇ ਇਹੋ ਜਿਹੇ ਬੰਦੇ ਦੀ ਨੀਂਦ ਇਸ ਟਾਈਮ ਤੋਂ ਵੀ ਘੱਟ ਜੇ, ਮੰਨ ਲਓ 4-5 ਘੰਟੇ ਤੋਂ ਵੀ ਹੋਰ ਘੱਟ ਜੇ, ਅਤੇ ਤਾਂ ਆਪਾਂ ਜਾ ਕੇ ਉਹਨੂੰ ਮਤਲਬ ਇਨਸੋਮਨੀਆ ਵਾਲੀ ਲਾਈਨ 'ਤੇ ਡਾਇਗਨੋਸ ਜਾਂ ਟਰੀਟ ਕਰਨ ਦਾ ਸੋਚਣਾ। ਇੱਦਾਂ ਹੀ ਲੌਂਗ ਸਲੀਪਰ ਨੇ। ਲੌਂਗ ਸਲੀਪਰ ਹੁੰਦਾ ਹੈ ਕਿ ਮਤਲਬ 7 ਘੰਟੇ ਤੋਂ ਜਾਂ 8 ਘੰਟੇ ਤੱਕ ਕੋਈ ਸੋ ਜਾਏ, ਅਤੇ ਇਹੋ ਜਿਹੇ ਇਨਸਾਨ 'ਚ ਵੀ ਆਪਾਂ ਉਹਦੀ ਪਹਿਲਾਂ ਦੀ ਹਿਸਟਰੀ ਲੈ ਕੇ ਕਿ ਉਹ ਪਹਿਲਾਂ ਕਿੰਨੇ ਘੰਟੇ ਸੌਂਦਾ ਸੀ, ਉਹਦੇ ਕੰਪੈਰੇਟਿਵਲੀ ਜੇ ਉਹਦੀ ਨੀਂਦ ਘੱਟ ਜੇ, ਤਾਂ ਜਾ ਕੇ ਆਪਾਂ ਇਨਸੋਮਨੀਆ ਬਾਰੇ ਸੋਚਣਾ ਜਾਂ ਉਹਦਾ ਡਾਇਗਨੋਸਿਸ ਤੱਕ ਜਾਣਾ। ਹੁਣ ਇਹਦੇ ਨਾਲ ਹੀ ਮੈਂ ਕੁਝ ਹੋਰ ਫਾਰਮਸ ਵੀ ਦੱਸੂਗਾ ਇਨਸੋਮਨੀਆ ਦੀ, ਜੋ ਵੱਖਰੇ ਵੱਖਰੇ ਏਜ ਗਰੁੱਪ 'ਚ ਦੇਖੀ ਜਾਂਦੀ ਹੈ। ਇੱਕ ਹੁੰਦਾ ਡਿਲੇਡ ਸਲੀਪ ਫੇਜ਼ ਡਿਸਆਰਡਰ। ਇਹਦਾ ਕੀ ਮਤਲਬ ਹੈ? ਇਹੋ ਜਿਹਾ ਇਨਸੋਮਨੀਆ ਡਿਸਆਰਡਰ ਜਿਹੜਾ ਹੈ ਉਹ ਆਮ ਤੌਰ 'ਤੇ ਯੰਗ ਚਿਲਡਰਨ 'ਚ ਦੇਖਿਆ ਜਾਂਦਾ ਹੈ। ਟੀਨ ਏਜ 'ਚ ਲੈ ਕੇ 15-16 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ 25 ਸਾਲ ਤੱਕ ਕਈ ਵਾਰ ਦੇਖਿਆ ਜਾਂਦਾ ਹੈ। ਇਹੋ ਜਿਹੇ ਸਟੂਡੈਂਟਸ ਜਾਂ ਇਹੋ ਜਿਹੇ ਬੱਚੇ ਆਮ ਤੌਰ 'ਤੇ ਕੀ ਕਰਨਗੇ, 2-2 ਵਜੇ ਸੌਣਗੇ ਅਤੇ ਸਵੇਰੇ 10-10 ਵਜੇ ਤੱਕ ਮਤਲਬ ਉੱਠਣਗੇ ਨਹੀਂ। ਉਹਨਾਂ ਨੂੰ ਨੀਂਦ ਲੇਟ ਆਏਗੀ ਅਤੇ ਲੇਟ ਤੱਕ ਆਏਗੀ। 2 ਵਜੇ ਆਈ, ਲੇਟ ਆਈ ਅਤੇ ਲੇਟ ਤੱਕ ਆਈ, 10 ਵਜੇ ਉੱਠੇ। ਅਤੇ ਇਹਨਾਂ ਨੂੰ ਵੀ ਆਪਾਂ ਇੱਕ ਨੀਂਦ ਦੀ ਪ੍ਰੋਬਲਮ ਦਾ ਹੀ ਨਾਮ ਦਿੰਦੇ ਹਾਂ, ਜਿਹਨੂੰ ਕਹਿ ਦਿੰਦੇ ਹਾਂ ਡਿਲੇਡ ਸਲੀਪ ਫੇਜ਼ ਡਿਸਆਰਡਰ। ਇੱਦਾਂ ਹੀ ਐਕਸਟ੍ਰੀਮ ਆਫ ਏਜ, ਜਿਹੜਾ ਯੰਗ ਦੀ ਗੱਲ ਕੀਤੀ, ਹੁਣ ਮੈਂ ਕਰਾਂਗਾ ਵੈਰੀ ਓਲਡ ਦੀ, 65 ਸਾਲ ਤੋਂ ਉੱਪਰ, ਉਹਨਾਂ ਨੂੰ ਕਹਿ ਦਿੰਦੇ
ਐਡਵਾਂਸ ਸਲੀਪ ਫੇਜ਼ ਡਿਸਆਰਡਰ, ਉਹਨਾਂ 'ਚ ਕੀ ਹੋਏਗਾ, ਨੀਂਦ ਬਹੁਤ ਜਲਦੀ ਆਏਗੀ ਤੇ ਬਹੁਤ ਜਲਦੀ ਖੁੱਲ ਜਾਏਗੀ। ਮੰਨ ਲਓ ਉਹ ਈਵਨਿੰਗ 'ਚ ਹੀ ਉਹਨਾਂ ਨੂੰ ਨੀਂਦਰਾ ਆਉਣਾ ਸ਼ੁਰੂ ਹੋ ਜਾਏਗਾ, ਜਿਵੇਂ 6 ਵਜੇ ਹੀ ਆਸ-ਪਾਸ ਉਹ ਡਰਾਊਜ਼ੀ ਹੋਣੇ ਜਾਂ ਨੀਂਦ ਦੀ ਹਾਲਤ 'ਚ ਮਤਲਬ ਫੀਲ ਕਰਨਾ ਸ਼ੁਰੂ ਕਰ ਦੇਣਗੇ, ਤੇ ਉਹ ਸੋ ਵੀ ਜਾਣਗੇ 7 ਵਜੇ ਤੱਕ, ਤੇ ਉਹ ਰਾਤੀ ਕੀ ਪ੍ਰੋਬਲਮ ਆਏਗੀ, ਉਹ 2 ਵਜੇ ਉੱਠ ਜਾਣਗੇ, ਕਿਉਂਕਿ ਉਹਨਾਂ ਦਾ ਟਾਈਮਿੰਗ ਇਸ ਹਿਸਾਬ ਦਾ ਬ੍ਰੇਨ ਦੇ ਅਕੋਰਡਿੰਗ ਬਣ ਗਿਆ। ਤੇ ਪਰ ਕਿਉਂਕਿ ਉਹਨਾਂ ਨੂੰ ਬਹੁਤ ਜਲਦੀ ਆ ਰਹੀ ਹੈ ਨੀਂਦ ਤੇ ਬਹੁਤ ਜਲਦੀ ਖੁੱਲ ਰਹੀ ਹੈ, ਤੇ ਇਹਦੇ ਕਰਕੇ ਉਹ ਚੰਗੀ ਤਰ੍ਹਾਂ ਸੋ ਨਹੀਂ ਪਾਉਣਗੇ, ਤੇ ਇਹਨੂੰ ਵੀ ਇਨਸੋਮਨੀਆ ਡਿਸਆਰਡਰ ਆਪਾਂ ਕਹਿ ਸਕਦੇ ਹਾਂ। ਕਈ ਲੋਕ ਜਿਹੜੇ ਡਿਫਰੈਂਟ ਕੰਟਰੀਜ਼ 'ਚ ਟਰੈਵਲ ਕਰਦੇ ਨੇ, ਮੰਨ ਲਓ ਇੰਡੀਆ ਤੋਂ ਕੈਨੇਡਾ ਜਾਣਾ, ਇੰਡੀਆ ਤੋਂ US ਜਾਣਾ, ਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਲੀਪ ਡਿਸਆਰਡਰ ਹੋ ਜਾਂਦਾ ਹੈ, ਜਿਹਨੂੰ ਕਹਿੰਦੇ ਨੇ ਜੈਟ ਲੈਗ। ਉਹਦੇ 'ਚ ਵੀ ਇਨਸੋਮਨੀਆ ਦੇਖਣ ਨੂੰ ਮਿਲਦਾ। ਕਈ ਰਾਤੀ ਇੱਕ ਕੰਟਰੀ ਤੋਂ ਦੂਸਰੇ ਕੰਟਰੀ ਵਿੱਚ ਜਾ ਕੇ ਉਹਨਾਂ ਨੂੰ ਨੀਂਦ ਨਹੀਂ ਆਏਗੀ। ਹੋਰ ਵੀ ਕਈ ਤਰ੍ਹਾਂ ਦੇ ਨੀਂਦ ਦੀ ਪ੍ਰੋਬਲਮਸ ਹੁੰਦੀ ਹੈ, ਜਾਂ ਇਹੋ ਜਿਹੇ ਕਈ ਬਿਮਾਰੀਆਂ ਹੁੰਦੀਆਂ ਜਿਹਨਾਂ ਕਰਕੇ ਨੀਂਦ ਦੀ ਪ੍ਰੋਬਲਮ ਹੁੰਦੀ ਹੈ। ਜਿਵੇਂ ਕਈਆਂ ਨੂੰ ਕੀ ਹੁੰਦਾ, ਖਾਸ ਕਰ ਬੱਚਿਆਂ 'ਚ ਦੇਖਿਆ ਜਾਂਦਾ ਹੈ ਕਿ ਉਹ ਰਾਤੀ ਸੁੱਤੇ ਬੋਲਣ ਲੱਗ ਪੈਂਦੇ ਆ, ਸਲੀਪ ਟਾਕਿੰਗ। ਕਈ ਤੁਰਨ ਲੱਗ ਪੈਂਦੇ ਆ, ਸਲੀਪ ਵਾਕਿੰਗ। ਕਈ ਕੀ ਕਰਦੇ ਆ, ਮਤਲਬ ਇੱਕਦਮ ਡਰ ਕੇ ਉੱਠ ਜਾਣਗੇ, ਨਾਈਟਮੇਅਰ, ਨਾਈਟ ਟੈਰਰ। ਕਈ ਸੁੱਤੇ ਲੱਤਾਂ ਮਾਰਦੇ ਆ, ਜਾਂ ਕਈ ਵਾਰ ਈਵਨ ਪਾਰਟਨਰ ਨੂੰ ਵੀ ਉਹ ਹਾਰਮ ਕਰ ਸਕਦੇ ਆ। ਕਿਕਿੰਗ ਬਿਹੇਵੀਅਰ, ਚੇਨਈ ਐਕਸਪ੍ਰੈਸ ਜੇ ਆਪਾਂ ਕਾਮੇਡੀ 'ਚ ਲਈਏ ਤਾਂ ਦੀਪਿਕਾ ਪਾਦੂਕੋਣ ਸ਼ਾਹਰੁਖ ਖਾਨ ਨੂੰ ਸੁੱਤੇ ਐਵੇਂ ਲੱਤ ਮਾਰਦੀ ਹੈ, ਉਹ ਵੀ ਵੈਸੇ ਇੱਕ ਤਰ੍ਹਾਂ ਦਾ ਸਲੀਪ ਡਿਸਆਰਡਰ ਜਾਂ ਰੈਮ ਸਲੀਪ ਬਿਹੇਵੀਅਰ ਡਿਸਆਰਡਰ ਕਿਹਾ ਜਾਂਦਾ ਹੈ। ਉਸ ਤੋਂ ਇਲਾਵਾ ਕਈਆਂ ਨੂੰ ਸਾਹ ਦੀ ਪ੍ਰੋਬਲਮ ਹੁੰਦੀ ਹੈ, ਜਿਹਦੇ ਕਰਕੇ ਉਹਨਾਂ ਦੀ ਨੀਂਦ ਡਿਸਟਰਬ ਰਹਿੰਦੀ ਹੈ, ਪਰ ਕੋਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਇਹਨੂੰ ਕਹਿ ਦਿੰਦੇ ਆ ਕਿ COPD ਸੌਰੀ OSA, ਓਬਸਟਰਕਟਿਵ ਸਲੀਪ ਐਪਨੀਆ। ਓਬਸਟਰਕਟਿਵ ਸਲੀਪ ਐਪਨੀਆ ਮਤਲਬ ਉਹਨਾਂ ਦਾ ਇੱਕਦਮ ਰਾਤੀ ਸੁੱਤੇ ਸਾਹ ਰੁਕ ਜਾਏਗਾ, ਉਹ 2 ਮਿੰਟ ਲਈ ਉੱਠ ਜਾਣਗੇ, ਖਿੱਚ ਕੇ ਸਾਹ ਲੈਣਗੇ, ਫਿਰ ਸੋ ਜਾਣਗੇ। ਹੋ ਸਕਦਾ ਪਾਰਟਨਰ ਨੂੰ ਪਤਾ ਲੱਗੇ, ਬੈਡ ਪਾਰਟਨਰ ਨੂੰ, ਹੋ ਸਕਦਾ ਉਹਨਾਂ ਨੂੰ ਨਾ ਪਤਾ ਲੱਗੇ, ਪਰ ਇਹਦੇ ਕਰਕੇ ਕੀ ਹੋਏਗਾ, ਉਹਦੀ ਜਿਹੜੀ ਸਲੀਪ ਮੇਨਟੇਨੈਂਸ ਹੈ ਉਹਦੇ 'ਚ ਪ੍ਰੋਬਲਮ ਆ ਜਾਏਗੀ, ਤੇ ਪੇਸ਼ੈਂਟ ਅਗਲੇ ਦਿਨ ਕਦੀ ਵੀ ਫਰੈਸ਼ ਨਹੀਂ ਫੀਲ ਕਰੇਗਾ। ਇਹੋ ਜਿਹਾ ਡਿਸਆਰਡਰ ਜਿਹਨੂੰ OSA ਕਹਿ ਦਿੰਦੇ ਆ, ਇਹ ਆਮ ਤੌਰ 'ਤੇ ਥੋੜ੍ਹੇ ਭਾਰੇ ਲੋਕਾਂ 'ਚ, ਓਬੀਜ਼ ਲੋਕਾਂ 'ਚ, ਸ਼ਾਰਟ ਨੈਕਡ, ਜਿਨ੍ਹਾਂ ਦਾ ਗਰਦਨ ਦਾ ਸਾਈਜ਼ ਥੋੜ੍ਹਾ ਜਿਹਾ ਘੱਟ ਹੁੰਦਾ, ਉਹਨਾਂ 'ਚ ਆਮ ਤੌਰ 'ਤੇ ਦੇਖਿਆ ਜਾਂਦਾ। ਤੇ ਇਹ ਵੀ ਇੱਕ ਤਰ੍ਹਾਂ ਦਾ ਇਨਸੋਮਨੀਆ, ਤੇ ਇਹਦਾ ਟ੍ਰੀਟਮੈਂਟ ਥੋੜ੍ਹਾ ਜਿਹਾ ਹੋਰ ਵੱਖਰਾ ਹੋਏਗਾ। ਇਹ ਜਿੰਨੇ ਤਰ੍ਹਾਂ ਦੇ ਮੈਂ ਇਨਸੋਮਨੀਆ ਦੱਸ ਰਿਹਾ, ਇਹਨਾਂ ਦੇ ਅਪਰੋਚ ਜਾਂ ਇਹਨਾਂ ਦੇ ਟ੍ਰੀਟਮੈਂਟ ਜਾਂ ਇਹਨਾਂ ਦੇ ਮੈਨੇਜਮੈਂਟ ਥੋੜ੍ਹੇ ਵੱਖਰੇ ਰਹਿੰਦੇ ਨੇ। ਇਹ ਜ਼ਰੂਰੀ ਨਹੀਂ ਹੈ ਕਿ ਸਾਨੂੰ ਨੀਂਦ ਨਹੀਂ ਆ ਰਹੀ ਤੇ ਅਸੀਂ ਝੱਟ ਨੀਂਦ ਦੀ ਦਵਾਈ ਦੇ ਦਈਏ। ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਨੀਂਦ ਦੀ ਬਿਮਾਰੀ ਕਿਸ ਫਾਰਮ 'ਚ ਪ੍ਰੈਜ਼ੈਂਟ ਕਰ ਰਹੀ ਹੈ, ਜਾਂ ਕੀ ਕਾਰਨ ਕੀ ਹੈ ਉਹਦਾ। ਉਸ ਤੋਂ ਬਾਅਦ ਹੁਣ ਮੈਂ ਗੱਲ ਕਰਾਂਗਾ ਕੰਪਲੀਕੇਸ਼ਨਸ ਦੀ। ਹੁਣ ਮੈਂ ਸਾਰਾ ਤੁਹਾਨੂੰ ਦੱਸਿਆ ਕਿ ਕੰਪਲੀਕੇਸ਼ਨਸ ਕੀ, ਨੀਂਦ ਲੱਛਣ ਕੀ ਹੈ, ਕਿਹੜੀ ਫਾਰਮਸ ਹੈ। ਹੁਣ ਮੈਂ ਗੱਲ ਕਰੂੰਗਾ ਕੰਪਲੀਕੇਸ਼ਨ ਦੀ, ਕਿ ਨੀਂਦ ਨਾ ਆਉਣ ਕਰਕੇ ਜਾਂ ਇਨਸੋਮਨੀਆ ਹੋਣ ਕਰਕੇ ਕੀ ਪ੍ਰੋਬਲਮਸ ਆ ਸਕਦੀਆਂ ਫਰਦਰ। ਸਭ ਤੋਂ ਪਹਿਲਾਂ ਜਿਹੜੀ ਕੰਪਲੀਕੇਸ਼ਨ ਹੈ, ਬੜਾ ਹੀ ਅੱਜ ਕੱਲ੍ਹ ਕਾਮਨ ਹੈ, ਕਿ ਕਾਰਡੀਅਕ ਕੰਪਲੀਕੇਸ਼ਨ ਮਤਲਬ ਹਾਰਟ ਦੀ ਪ੍ਰੋਬਲਮ। ਇਹਨਾਂ ਵਿੱਚੋਂ ਵੀ ਸਭ ਤੋਂ ਟੌਪ ਮੋਸਟ ਹੈ BP ਦਾ ਵਧਣਾ ਜਾਂ ਹਾਈਪਰਟੈਂਸ਼ਨ। ਆਮ ਤੌਰ 'ਤੇ ਅੱਜ ਕੱਲ੍ਹ ਦੇਖਿਆ ਜਾਂਦਾ ਹੈ, ਜਿੰਨੇ BP ਦੀ ਪ੍ਰੋਬਲਮ ਨਾਲ ਪੇਸ਼ੈਂਟਸ ਆ ਰਹੇ ਆ, ਹਾਈਪਰਟੈਂਸ਼ਨ ਨਾਲ OPD 'ਚ ਆ ਰਹੇ ਆ, ਜੇ ਆਪਾਂ ਉਹਨਾਂ ਦੀ ਚੰਗੀ ਤਰ੍ਹਾਂ ਹਿਸਟਰੀ ਲਈਏ ਤੇ ਉਹਨਾਂ ਨੂੰ ਨਾਲ ਹੀ ਨੀਂਦ ਦੀ ਪ੍ਰੋਬਲਮ ਹੁੰਦੀ ਹੈ। ਆਪਾਂ ਇੱਕ ਟੈਸਟ ਵੀ ਕਰਕੇ ਦੇਖ ਸਕਦੇ ਹਾਂ ਕਿ 2-3 ਦਿਨ ਜੇ ਕੋਈ ਇਨਸਾਨ ਨਹੀਂ ਸੌਂਦਾ, ਉਹਦਾ ਤੁਸੀਂ BP ਚੈੱਕ ਕਰਕੇ ਦੇਖੋ, ਤੇ ਉਹ ਹਮੇਸ਼ਾ ਵਧਿਆ ਹੋਇਆ ਹੀ ਆਏਗਾ। ਕਾਫੀ ਫਿਜ਼ੀਸ਼ੀਅਨਸ ਇਹ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਕਿ ਹਾਂ ਬਸ BP ਦਾ ਪੁੱਛ ਕੇ ਉਹਨੂੰ BP ਦੀ ਦਵਾਈ ਪਾ ਦੇਣਗੇ, ਜਦ ਕਿ ਉਹਦੀ ਨੀਂਦ ਦੀ ਬਿਮਾਰੀ ਬਾਰੇ ਕੋਈ ਪੁੱਛੇਗਾ ਹੀ ਨਹੀਂ, ਜਿਹਦੇ ਕਰਕੇ ਉਹਦਾ BP ਕਦੀ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਪਾਏਗਾ। ਤੇ ਇਸ ਕਰਕੇ ਇਸ ਨੂੰ ਹਾਈਲਾਈਟ ਕਰਨਾ, ਨੀਂਦ ਨਾਲ ਦਾ BP ਨਾਲ ਜੁੜਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਹਾਰਟ ਦੀ ਪ੍ਰੋਬਲਮ ਦੇ ਵਿੱਚ ਸਡਨ ਕਾਰਡੀਅਕ ਅਰੈਸਟ, ਹਾਰਟ ਅਟੈਕਸ, ਮਾਇਓਕਾਰਡੀਅਲ ਇਨਫਾਰਕਸ਼ਨ, ਇਹ ਬਹੁਤ ਹੀ ਕਾਮਨਲੀ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ। ਯੰਗ ਜਿਹੜੀ ਡੈਥਸ ਹੋ ਰਹੀਆਂ ਨੇ, ਕਾਫੀ ਆਪਾਂ TV 'ਚ ਵੀ ਦੇਖਿਆ, ਕੋਈ ਐਕਟਰ ਦੀ ਡੈਥ ਹੋ ਗਈ, ਕੋਈ ਜਿਮ 'ਚ ਕਿਸੇ ਦੀ ਡੈਥ ਹੋ ਗਈ, ਮੇ ਵੀ, ਜਾਂ ਉਹਦਾ ਕਿਤੇ ਨਾ ਕਿਤੇ ਕਾਰਨ ਕਾਫੀ ਹੱਦ ਤੱਕ ਸਾਡਾ ਨੀਂਦ ਨਾ ਆਉਣ ਦੀ ਪ੍ਰੋਬਲਮ ਯਾਨੀ ਇਨਸੋਮਨੀਆ ਹੈ। ਕਿਉਂਕਿ ਅਸੀਂ ਇੰਨੇ ਬਿਜ਼ੀ ਹੋ ਚੁੱਕੇ ਹਾਂ ਕਿ ਸਾਨੂੰ ਬਸ ਆ ਜਾ ਕੇ ਆਪਣੀ ਬੋਡੀ ਨੂੰ ਫਿਜ਼ੀਕਲੀ ਆਪਾਂ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਸਟਰੋਂਗ ਹਾਂ ਜਾਂ ਬੈਟਰ ਹਾਂ, ਆਪਾਂ ਗੁੱਡ ਲੁਕਿੰਗ ਹਾਂ, ਪਰ ਅਸੀਂ ਕਦੀ ਵੀ ਉਹ ਟਰਾਈ ਨਹੀਂ ਕਰਦੇ ਕਿ ਅਸੀਂ ਬੋਡੀ ਨੂੰ ਰਿਫਰੈਸ਼ ਵੀ ਕਰਨਾ। ਜਿਹੜੀ ਰਿਫਰੈਸ਼ਮੈਂਟ ਸਾਨੂੰ ਨੀਂਦ ਨਾਲ ਸਭ ਤੋਂ ਜ਼ਿਆਦਾ ਰਿਫਰੈਸ਼ਮੈਂਟ ਮਿਲਦੀ ਆ, ਉਹਨੂੰ ਹੀ ਆਪਾਂ ਇਗਨੋਰ ਕਰ ਦਿੰਦੇ ਹਾਂ। ਲੇਟ ਨਾਈਟ ਸੌਂਦੇ ਹਾਂ, ਲੇਟ ਨਾਈਟ ਪਾਰਟੀਜ਼ ਕਰਨੇ ਆ, ਅਗਲੇ ਦਿਨ ਲੇਟ ਨਾਈਟ ਉੱਠਦੇ ਹਾਂ, ਅਤੇ ਸਾਰੀ ਸਾਡੀ ਜਿਹੜੀ ਬੋਡੀ ਦੀ ਰਿਦਮ ਹੈ ਉਹ ਖਰਾਬ ਹੋ ਜਾਂਦੀ ਹੈ। ਦੂਸਰੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੰਪਲੀਕੇਸ਼ਨ ਜਿਹੜੀ ਅੱਜ ਕੱਲ੍ਹ ਦੇਖ ਰਹੇ ਹਾਂ ਨੀਂਦ ਨਾ ਆਉਣ ਕਰਕੇ, ਉਹ ਹੈ ਡਾਇਬਟੀਜ਼ ਦੀ ਪ੍ਰੋਬਲਮ ਜਾਂ ਸ਼ੂਗਰ ਦੀ ਪ੍ਰੋਬਲਮ। ਜਿਵੇਂ ਮੈਂ ਹਾਈਪਰਟੈਂਸ਼ਨ ਬਾਰੇ ਗੱਲ ਕੀਤੀ, ਇੱਦਾਂ ਹੀ
ਜੇ ਕੋਈ ਮਰੀਜ਼ 2-3 ਦਿਨ ਨਾ ਸੋਏ, ਤੁਸੀਂ ਤੀਜੇ ਚੌਥੇ ਦਿਨ ਉਹਦੀ ਸ਼ੂਗਰ ਮੈਨੇਜ ਚੈੱਕ ਕਰੋਗੇ ਤੇ ਤੁਹਾਨੂੰ ਹਮੇਸ਼ਾ ਵਧੀ ਹੋਈ ਸ਼ੂਗਰ ਹੀ ਨਜ਼ਰ ਆਏਗੀ। ਇਸ ਕਰਕੇ ਸ਼ੂਗਰ ਦਾ ਚੈੱਕਅਪ ਹੋਣਾ, ਉਹਦਾ ਨਾਲ ਨਾਲ ਨੀਂਦ ਦੀ ਪ੍ਰੋਬਲਮ ਦਾ ਇਲਾਜ ਹੋਣਾ ਤੇ ਪਤਾ ਹੋਣਾ ਤੇ ਪੁੱਛਣਾ। ਜੇ ਸ਼ੂਗਰ ਦਾ ਕੋਈ ਮਰੀਜ਼ ਆ ਰਿਹਾ ਉਹਨੂੰ ਪੁੱਛੋ ਤੈਨੂੰ ਨੀਂਦ ਦੀ ਕੋਈ ਪ੍ਰੋਬਲਮ ਤੇ ਨਹੀਂ ਹੈ ਤਾਂ ਉਹਦਾ ਟ੍ਰੀਟਮੈਂਟ ਕਰਾਓ ਸਾਈਕੈਟ੍ਰਿਸਟ ਕੋਲ ਭੇਜ ਕੇ, ਉਹਨੂੰ ਇਗਨੋਰ ਕਦੀ ਨਾ ਕਰੋ। ਤੀਸਰਾ, ਮੋਟਾਪਾ, ਭਾਰੀਪਨ, ਓਬੈਸਿਟੀ ਬਹੁਤ ਕਾਮਨ ਹੈ। ਨੀਂਦ ਨਹੀਂ ਆਉਂਦੀ, ਅਗਲੇ ਦਿਨ ਸਰੀਰਕ ਤੌਰ ਤੇ ਕੁਝ ਬਦਲਾਅ ਆ ਜਾਂਦੇ ਨੇ, ਆਪਾਂ ਜ਼ਿਆਦਾ ਖਾਂਦੇ ਹਾਂ ਤੇ ਅਸੀਂ ਓਬੈਸਿਟੀ ਹੋ ਜਾਂਦੀ ਹੈ। ਓਬੈਸਿਟੀ ਹੋ ਜਾਏਗੀ, ਹਾਈਪਰਟੈਂਸ਼ਨ, ਬੀਪੀ, ਸ਼ੂਗਰ ਸਭ ਵਧੇਗਾ, ਇੱਕ ਵਿਸ਼ਿਅਸ ਸਰਕਲ ਬਣੀ ਜਾਏਗਾ, ਅਸੀਂ ਕਦੀ ਵੀ ਠੀਕ ਹੋ ਹੀ ਨਹੀਂ ਪਾਵਾਂਗੇ। ਉਸ ਤੋਂ ਬਾਅਦ ਡਿਮੈਂਸ਼ੀਆ ਬੜਾ ਆਮ ਤੌਰ ਤੇ ਦੇਖਿਆ ਜਾਂਦਾ ਹੈ। ਡਿਮੈਂਸ਼ੀਆ ਵਾਲੇ ਪੇਸ਼ੈਂਟਸ 'ਚ ਜਿਨ੍ਹਾਂ ਨੂੰ ਕ੍ਰੋਨਿਕ ਇਨਸੋਮਨੀਆ ਰਿਹਾ ਹੋਏ, ਉਹਨਾਂ 'ਚ ਡਿਮੈਂਸ਼ੀਆ ਹੋਣ ਦੇ ਚਾਂਸ ਅੱਗੇ ਜਾ ਕੇ ਬਹੁਤ ਹੀ ਜ਼ਿਆਦਾ ਵੱਧ ਜਾਂਦੇ ਨੇ, ਕਿਉਂਕਿ ਬ੍ਰੇਨ ਦੇ ਜਿਹੜੇ ਨਿਊਰੋਨਸ ਹੈ, ਜੇ ਕ੍ਰੋਨਿਕ ਇਨਸੋਮਨੀਆ ਹੁੰਦਾ ਹੈ ਤੇ ਉਹਦੇ ਬ੍ਰੇਨ ਦੇ ਨਿਊਰੋਨਸ ਡੀਜਨਰੇਟ ਕਰਨ ਲੱਗ ਪੈਂਦੇ ਨੇ, ਜਿਹਦੇ ਕਰਕੇ ਸਾਰੀ ਮੈਮਰੀ ਜਿਹੜੀ ਹੈ ਡਿਕਲਾਈਨ ਕਰਦੀ ਰਹਿੰਦੀ ਹੈ ਤੇ ਡਿਮੈਂਸ਼ੀਆ ਹੋਣ ਦੇ ਚਾਂਸ ਜਿਹੜੇ ਵੱਧ ਜਾਂਦੇ ਨੇ। ਉਸ ਤੋਂ ਬਾਅਦ ਡਿਮੈਂਸ਼ੀਆ ਤੋਂ ਬਾਅਦ ਵੀ ਹੋਰ ਕੀ ਪ੍ਰੋਬਲਮ ਆ ਸਕਦੀ ਹੈ? ਹੋਰ ਨਸ਼ੇ ਦੀ ਪ੍ਰੋਬਲਮ, ਸਬਸਟਾਂਸ ਡਿਪੈਂਡੈਂਸ, ਸਬਸਟਾਂਸ ਅਬਿਊਜ਼। ਅਸੀਂ ਕਈ ਵਾਰ ਦੇਖਦੇ ਹਾਂ ਕਿ ਨੀਂਦ ਨਾ ਆਉਣ ਕਰਕੇ ਬੜੇ ਲੋਕ ਖੁਦ ਹੀ ਨਸ਼ੇ ਦੀ ਕੋਈ ਦਵਾਈ ਲੈ ਲੈਂਦੇ ਨੇ, ਐਲਪਰੈਕਸ, ਕਈ ਵਾਰ ਵੱਧ ਤੋਂ ਵੱਧ ਖਾਈ ਜਾਂਦੇ ਨੇ। ਹੌਲੀ ਹੌਲੀ ਉਹ ਦਵਾਈ ਲੱਗ ਜਾਂਦੀ ਹੈ, ਹੌਲੀ ਹੌਲੀ ਸ਼ਰਾਬ ਦੀ ਆਦਤ ਪੈ ਜਾਂਦੀ ਹੈ, ਹੌਲੀ ਹੌਲੀ ਕੋਈ ਹੋਰ ਨਸ਼ਾ ਕਰਨ ਲੱਗ ਪੈਂਦੇ ਹੈ ਤੇ ਉਹ ਕਿਤੇ ਨਾ ਕਿਤੇ ਜਦੋਂ ਜਿੱਥੇ ਸ਼ੁਰੂ ਹੋਏ ਸੀ ਕਿ ਨੀਂਦ ਨਾ ਆਉਣ ਦੀ ਪ੍ਰੋਬਲਮ ਕਰਕੇ, ਉਹ ਪਹੁੰਚ ਜਾਂਦੇ ਆ ਹੁਣ ਨਸ਼ੇ ਦੀ ਲੱਤ ਦੀ ਪ੍ਰੋਬਲਮ ਨਾਲ। ਸਬਸਟਾਂਸ ਡਿਪੈਂਡੈਂਸ ਵੀ ਉਹਨਾਂ ਦੀ ਇੱਕ ਬਿਮਾਰੀ ਬਣ ਜਾਂਦੀ ਹੈ। ਇਹਦੇ ਨਾਲ ਹੀ ਮੈਂ ਇੱਕ ਪੁਆਇੰਟ ਵੀ ਮੈਂਸ਼ਨ ਕਰੂੰਗਾ ਕਿ ਕਈ ਲੋਕ ਆਪਣੀ ਨੀਂਦ ਇੱਕ ਰਾਤ ਜਿਵੇਂ ਨਹੀਂ ਆਈ, ਜਾਂ ਜਿਨ੍ਹਾਂ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਹੈ, ਉਹ ਅਗਲੇ ਦਿਨ ਕੌਫੀ ਪੀ ਕੇ ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ। ਕੌਫੀ 3 ਵਾਰ 4 ਵਾਰ ਪੀ ਜਾਣਗੇ, ਪਰ ਦੋਸਤੋ ਕਦੀ ਵੀ ਕੌਫੀ ਪੀਣ ਦਾ ਕੋਈ ਫਾਇਦਾ ਨਹੀਂ ਹੋਏਗਾ। ਨੀਂਦ ਨੂੰ ਠੀਕ ਕਰਨਾ ਜ਼ਿਆਦਾ ਜ਼ਰੂਰੀ ਹੈ, ਕੌਫੀ ਪੀ ਕੇ ਉਹਦਾ ਹੱਲ ਨਹੀਂ ਹੋਏਗਾ। ਸਗੋਂ ਉਹਦੇ ਨਾਲ ਕੀ ਹੋਏਗਾ, ਕੌਫੀ ਜਿਹੜੀ 4 ਵਜੇ ਵੀ ਲਾਸਟ ਤੁਸੀਂ ਪੀਤੀ ਹੋਏਗੀ, ਮੰਨ ਲਓ 4 PM ਤੁਸੀਂ ਲਾਸਟ ਪੀਤੀ ਹੈ, ਉਹਦਾ ਅਸਰ ਵੀ, ਕੌਫੀ ਦੀ ਜਿਹੜੀ ਹਾਫ ਲਾਈਫ ਕਹਿ ਲਈਏ, ਉਹ ਵੀ 6 ਘੰਟੇ ਸਾਡੇ ਬਲੱਡ 'ਚ ਰਹਿੰਦੀ ਹੈ। ਉਹ ਨੀਂਦ ਨੂੰ ਅਗਲੇ ਦਿਨ ਫਿਰ ਤੁਹਾਡੀ ਖਰਾਬ ਹੀ ਕਰੇਗੀ ਤੇ ਇਹ ਸਰਕਲ ਬਣੀ ਜਾਏਗਾ, ਤੁਸੀਂ ਕਦੇ ਵੀ ਠੀਕ ਹੋ ਹੀ ਨਹੀਂ ਪਾਓਗੇ। ਤੇ ਇਸ ਕਰਕੇ ਇਹ ਸਾਰੇ ਹੈਬਿਟਸ ਨੂੰ ਵੀ ਅਸੀਂ ਠੀਕ ਕਰਨਾ। ਹੁਣ ਮੈਂ ਲਾਸਟ ਗੱਲ ਕੀਤੀ ਸਬਸਟਾਂਸ ਡਿਪੈਂਡੈਂਸ ਦੀ। ਇਸ ਤੋਂ ਬਾਅਦ ਨੀਂਦ ਨਹੀਂ ਆਉਂਦੀ ਤੇ ਇਹ ਇੱਕ ਹੋਰ ਅਦਰ ਜਿਹੜੀ ਸਾਈਕੈਟ੍ਰਿਕ ਡਿਜ਼ੀਜ਼ਿਜ਼ ਹੈ ਜਾਂ ਪ੍ਰੋਬਲਮਸ ਹੈ, ਉਹਨਾਂ ਨੂੰ ਖੁਦ ਨਿਉਤਾ ਦੇਣ ਵਾਲੀ ਗੱਲ ਹੋ ਜਾਂਦੀ ਹੈ। ਜੇ ਕਿਸੇ ਨੂੰ ਨੀਂਦ ਨਾ ਆਏ, 5-4 ਦਿਨ ਨੀਂਦ ਨਾ ਆਏ, ਬੜੀ ਵਾਰ ਅਸੀਂ ਓਪੀਡੀ ਦੇਖਿਆ, ਵਾਰਡ 'ਚ ਪੇਸ਼ੈਂਟ ਐਡਮਿਟ ਵੀ ਕੀਤੇ ਆ ਕਿ ਉਹਨਾਂ 'ਚ ਸਾਈਕੋਸਿਸ ਹੋ ਜਾਂਦਾ। ਸਾਈਕੋਸਿਸ ਮਤਲਬ ਕਹਿ ਲਈਏ ਸਿੰਪਲ ਭਾਸ਼ਾ 'ਚ ਬੜੀ ਅਜੀਬ ਜਿਹੀਆਂ ਹਰਕਤਾਂ ਕਰਨ ਲੱਗ ਪੈਂਦੇ ਨੇ, ਅਗਰੈਸਿਵ ਹੋ ਸਕਦੇ ਆ, ਵਾਇਲੈਂਟ ਹੋ ਸਕਦੇ ਆ, ਕਿਸੇ ਦਾ ਨੁਕਸਾਨ ਕਰ ਸਕਦੇ ਨੇ। ਡਿਪਰੈਸ਼ਨ ਹੋਣ ਦੇ ਚਾਂਸ ਕਾਫੀ ਹੱਦ ਤੱਕ 4-5 ਗੁਣਾ ਵੱਧ ਜਾਂਦੇ ਨੇ। ਐਂਗਜ਼ਾਇਟੀ ਦੀ ਪ੍ਰੋਬਲਮ ਹੋਣ ਦੇ ਚਾਂਸ 4-5 ਗੁਣਾ ਵੱਧ ਜਾਂਦੇ ਨੇ। ਈਟਿੰਗ ਡਿਸਆਰਡਰ, ਸੈਕਸ਼ੂਅਲ ਡਿਸਆਰਡਰ ਹੋਣ ਦੇ ਚਾਂਸ ਕਾਫੀ ਹੱਦ ਤੱਕ ਵੱਧ ਜਾਂਦੇ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿਸੇ ਵੀ ਹੋਰ ਸਾਈਕੈਟ੍ਰਿਕ ਪ੍ਰੋਬਲਮ ਦੀ, ਜਿਹੜੀ ਚਾਂਸ ਹੈ ਉਹ ਨੀਂਦ ਨਾ ਆਉਣ ਦੀ ਬਿਮਾਰੀ ਦੇ ਨਾਲ ਹੋਰ ਵੱਧ ਜਾਣਗੇ। ਤੇ ਇਸ ਕਰਕੇ ਨੀਂਦ ਦੀ ਬਿਮਾਰੀ ਦਾ ਇਲਾਜ ਕਰਾਉਣਾ ਬੇਹੱਦ ਹੀ ਜ਼ਰੂਰੀ ਹੈ ਤੇ ਸਾਈਕੈਟ੍ਰਿਸਟ ਕੋਲ ਤੁਸੀਂ ਪਲੀਜ਼ ਜਾਓ। ਇਸ ਤੋਂ ਬਾਅਦ ਮੈਂ ਗੱਲ ਕਰਾਂ ਤੇ ਮੈਂ ਕੁਝ ਤੁਹਾਨੂੰ ਆਪਣੀ ਇੰਡੀਆ ਦੀ ਮਤਲਬ ਜਿਹੜੀ ਪ੍ਰੈਵਲੈਂਸ ਹੈ ਕਿ ਨੀਂਦ ਨਾ ਆਉਣ ਦੀ ਬਿਮਾਰੀ ਦੀ ਜਾਂ ਇਨਸੋਮਨੀਆ ਦੀ ਕਿੰਨੀ ਪ੍ਰੈਵਲੈਂਸ ਹੈ, ਸਾਡੇ ਦੇਸ਼ 'ਚ ਕਿੰਨੇ ਲੋਕ ਹੈ ਜਿਹੜੀ ਨੀਂਦ ਨਾ ਆਉਣ ਦੀ ਬਿਮਾਰੀ ਨਾਲ ਸਫਰ ਕਰ ਰਹੇ ਹਨ, ਉਹਨਾਂ ਦੀ ਜੇ ਮੈਂ ਗੱਲ ਕਰਾਂ 40 ਤੋਂ 50% ਇਹੋ ਜਿਹੀ ਸਾਡੀ ਪਾਪੂਲੇਸ਼ਨ ਹੈ ਜਿਹਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਨੀਂਦ ਨਾ ਆਉਣ ਦੀ ਬਿਮਾਰੀ ਦਾ ਕੋਈ ਨਾ ਕੋਈ ਸਿੰਪਟਮ ਜਾਂ ਲੱਛਣ ਹੈ। ਉਹਨਾਂ ਨੂੰ ਕਈਆਂ ਨੂੰ ਡਿਸਟਰਬੈਂਸ ਇਨ ਸਲੀਪ ਔਨਸੈਟ ਹੈ, ਕਈਆਂ ਨੂੰ ਸਲੀਪ ਮੇਨਟੇਨੈਂਸ ਦੀ ਪ੍ਰੋਬਲਮ ਹੈ, ਕਈਆਂ ਨੂੰ ਅਰਲੀ ਅਵੇਕਨਿੰਗ ਦੀ ਪ੍ਰੋਬਲਮ ਹੈ, ਕਈਆਂ ਨੂੰ ਨਾਨ ਰਿਸਟੋਰੇਟਿਵ ਨਾਨ ਰਿਫਰੈਸ਼ਨਿੰਗ ਸਲੀਪ ਦੀ ਪ੍ਰੋਬਲਮ ਹੈ, ਜਾਂ ਕਈਆਂ ਨੂੰ ਇਕੱਠੀਆਂ ਪ੍ਰੋਬਲਮ 2-3 ਇਕੱਠੀਆਂ ਵੀ ਹੁੰਦੀਆਂ। ਤੇ 40 ਤੋਂ 50% ਜੇ ਲੋਕ ਹਨ ਤੇ ਸਾਡੇ ਕੋਲ ਪਹੁੰਚਦੇ ਕਿੰਨੇ ਆ? ਹੱਦ ਤੋਂ 2 ਜਾਂ 3%, ਉਹ ਵੀ ਮੈਂ ਜ਼ਿਆਦਾ ਕਹਿ ਰਿਹਾ। ਉਸ ਤੋਂ ਇਲਾਵਾ ਜਿਹੜੀ ਇਨਸੋਮਨੀਆ ਡਿਸਆਰਡਰ ਦੀ ਗੱਲ ਕਰੀਏ, ICSD-3 ਦਾ ਜੇ ਕ੍ਰਾਈਟੀਰੀਆ ਲਾਈਏ, ਉਹ ਵੀ 10 ਤੋਂ 15% ਲੋਕ ਹੈਗੇ ਨੇ ਸਾਡੇ ਸਮਾਜ 'ਚ ਜਿਹੜਾ ਪ੍ਰੋਪਰ ਡਾਇਗਨੋਸਿਸ ਹੈ, ਜਿਨ੍ਹਾਂ ਦਾ ਡਾਇਗਨੋਸਿਸ ਬਣਾਉਣਾ ਥੋੜ੍ਹਾ ਔਖਾ ਹੈ। ਇਸ ਕਰਕੇ ਇਹਨਾਂ ਦੋਨਾਂ ਚੀਜ਼ਾਂ 'ਚ ਡਿਫਰੈਂਸ ਹੈ। ਤੇ ਦੇਖੋ ਇੰਨੀ ਪ੍ਰੈਵਲੈਂਸ ਹੈ, ਇੰਨੀ ਜ਼ਿਆਦਾ ਬਿਮਾਰੀ ਹੈ, ਕਿਸੇ ਵੀ ਹੋਰ ਮੈਡੀਕਲ ਇਲਨੈਸ ਨਾਲ ਵੀ ਜ਼ਿਆਦਾ ਕਈ ਮੈਡੀਕਲ ਇਲਨੈਸ ਹੈ ਜਿਹੜੀਆਂ ਇਹਦੇ ਆਸ-ਪਾਸ ਵੀ ਨਹੀਂ ਹੈਗੀਆਂ। ਪਰ ਅਸੀਂ ਕੀ ਕਰਨੇ ਹਾਂ, ਹਮੇਸ਼ਾ ਪ੍ਰਾਇੋਰਟੀ ਦਿੰਦੇ ਹਾਂ ਮੈਡੀਕਲ ਇਲਨੈਸ ਨੂੰ, ਹਾਰਟ ਦੀ ਪ੍ਰੋਬਲਮ ਨੂੰ, ਲਿਵਰ ਦੀ ਪ੍ਰੋਬਲਮ ਨੂੰ। ਪਰ ਜਿਹੜੀ ਬਿਮਾਰੀ ਦਾ ਪ੍ਰੈਵਲੈਂਸ ਉਹਨਾਂ ਤੋਂ ਵੀ ਜ਼ਿਆਦਾ ਹੈ,
ਅਸੀਂ ਉਹਨੂੰ ਤਾਂ ਬਹੁਤ ਇਗਨੋਰ ਕਰਕੇ ਬੈਠੇ ਹਾਂ। ਤੇ ਪਲੀਜ਼ ਇਹਦੇ ਬਾਰੇ ਸੋਚੋ, ਇਹ ਵੀਡੀਓ ਦੇਖ ਕੇ ਥੋੜ੍ਹਾ ਜਿਹਾ ਸਮਝੋ ਇਹਨੂੰ ਤੇ ਇਹਦੇ ਬਾਰੇ ਗੌਰ ਕਰੋ। ਹੁਣ ਮੈਂ ਗੱਲ ਕਰੂੰਗਾ ਟ੍ਰੀਟਮੈਂਟ ਬਾਰੇ ਕਿ ਕਿਸ ਤਰ੍ਹਾਂ ਆਪਾਂ ਟ੍ਰੀਟ ਕਰਨੇ ਆ। ਟ੍ਰੀਟਮੈਂਟ ਸਭ ਤੋਂ ਪਹਿਲਾਂ ਮੈਂ ਟ੍ਰੀਟਮੈਂਟ ਬਾਰੇ ਦੱਸਣ ਤੋਂ ਪਹਿਲਾਂ ਮੈਂ ਗੱਲ ਮੈਂਸ਼ਨ ਕਰੂੰਗਾ ਕਿ ਸਾਡੇ ਮੰਨ ਲਓ ਕਿ ਸਾਡੀ ਬਾਡੀ ਦੇ ਵਿੱਚ ਇੱਕ ਬਾਇਓਲੋਜੀਕਲ ਕਲੌਕ ਹੁੰਦੀ ਹੈ। ਜਿਸ ਤਰ੍ਹਾਂ ਇੱਕ ਫਿਜ਼ੀਕਲ ਕਲੌਕ ਹੁੰਦੀ ਹੈ, ਇੱਦਾਂ ਹੀ ਬਾਇਓਲੋਜੀਕਲ ਕਲੌਕ ਹੁੰਦੀ ਹੈ। ਬਾਇਓਲੋਜੀਕਲ ਕਲੌਕ ਸਾਡੇ ਮਾਈਂਡ ਦੇ ਵਿੱਚ ਹੁੰਦੀ ਹੈ, ਉਹਦਾ ਆਪਣਾ ਟਾਈਮ ਚੱਲਦਾ ਹੈ। ਉਹ ਪਰਮਾਤਮਾ ਵੱਲੋਂ ਇੱਦਾਂ ਬਣਿਆ ਹੋਇਆ ਹੈ। ਉਹ ਇੱਕ ਗਲੈਂਡ ਹੁੰਦਾ ਜਾਂ ਇੱਕ ਅੰਗ ਹੁੰਦਾ ਬ੍ਰੇਨ ਦੇ ਵਿੱਚ, ਉਹਨੂੰ ਕਹਿੰਦੇ ਨੇ ਪਿਨੀਅਲ ਗਲੈਂਡ, ਜਿਹੜਾ ਸ਼ਿਵ ਜੀ ਦੀ ਤੀਸਰੀ ਅੱਖ ਵੀ ਮੰਨਿਆ ਜਾਂਦਾ ਹੈ। ਉਹਦੇ ਅਕੋਰਡਿੰਗ ਸਾਡਾ ਟਾਈਮ ਨਾ ਸੌਣ ਦਾ, ਉੱਠਣ ਦਾ ਇੱਕ ਫਿਕਸ ਹੈ। ਉਹ ਇੱਕ ਹਾਰਮੋਨ ਰਿਲੀਜ਼ ਕਰਾਂਦਾ ਸਾਡਾ ਗਲੈਂਡ, ਜਿਹਨੂੰ ਮੈਲੈਟੋਨਿਨ ਕਹਿ ਦਿੰਦੇ ਆ। ਉਹ ਹਾਰਮੋਨ ਤਾਂ ਹੀ ਰਿਲੀਜ਼ ਹੁੰਦਾ ਚੰਗੀ ਤਰ੍ਹਾਂ ਜੇ ਆਪਾਂ 11 ਵਜੇ ਤੋਂ ਲੈ ਕੇ ਸਵੇਰੇ 6 ਜਾਂ 7 ਵਜੇ ਤੱਕ ਸੌਂਦੇ ਹਾਂ। ਜੇ ਇਸ ਸਿਸਟਮ ਨੂੰ ਅਸੀਂ ਫੋਲੋ ਨਹੀਂ ਨਾ ਕਰਦੇ, ਸਾਡਾ ਜਿਹੜਾ ਮੈਲੈਟੋਨਿਨ ਹੈ ਉਹਦਾ ਰਿਲੀਜ਼ ਚੰਗੀ ਤਰ੍ਹਾਂ ਨਹੀਂ ਹੋਏਗਾ। ਉਹ ਪ੍ਰੋਪਰ ਸਾਡੇ ਬ੍ਰੇਨ 'ਚ ਰਾਤ ਨੂੰ ਸਿਕਰੀਟ ਨਹੀਂ ਹੋਏਗਾ। ਤੇ ਜੇ ਉਹ ਸਿਕਰੀਟ ਚੰਗੀ ਤਰ੍ਹਾਂ ਨਹੀਂ ਹੋਏਗਾ, ਤੁਸੀਂ ਮੰਨ ਕੇ ਚੱਲੋ ਸਾਨੂੰ ਕਦੀ ਵੀ ਚੰਗੀ ਨੀਂਦ ਨਹੀਂ ਆਏਗੀ। ਇਸ ਕਰਕੇ ਨੀਂਦ ਨੂੰ ਟਾਈਮਿੰਗ ਨਾਲ ਫੋਲੋ ਕਰਨਾ ਇਹ ਵੀ ਬਹੁਤ ਜ਼ਰੂਰੀ ਹੈ ਕਿ ਟਾਈਮ 'ਤੇ ਸੌਣਾ ਤੇ ਟਾਈਮ 'ਤੇ ਉੱਠਣਾ। ਤੇ ਕੋਸ਼ਿਸ਼ ਕਰੋ 11 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣੀ ਨੀਂਦ ਦਾ ਜਿਹੜਾ ਸਿਸਟਮ ਹੈ ਨਾ ਉਹ ਇੱਕ ਬਣਾਓ। ਤੇ ਇਹਨੂੰ ਪਲੱਸ ਮਾਈਨਸ ਅੱਧਾ ਘੰਟਾ, ਪਲੱਸ ਮਾਈਨਸ ਉੱਠਣ ਵੇਲੇ ਤੇ ਪਲੱਸ ਮਾਈਨਸ ਸੌਣ ਵੇਲੇ ਅੱਧੇ ਘੰਟੇ ਨੂੰ ਜ਼ਰੂਰ ਫੋਲੋ ਕਰੋ। ਹੁਣ ਟ੍ਰੀਟਮੈਂਟ 'ਚ ਜੇ ਗੱਲ ਕਰੀਏ ਤੇ ਡਾਇਗਨੋਸ, ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਡਾਇਗਨੋਸਿਸ ਦੀ। ਡਾਇਗਨੋਸ ਪਹਿਲੀ ਗੱਲ ਤੇ ਕੌਣ ਬਣਾਏਗਾ? ਅਗੇਨ ਆਈ ਐਮ ਸੇਇੰਗ ਕਿ ਸਾਈਕੈਟ੍ਰਿਸਟ ਹੀ ਇਜ਼ ਦ ਬੈਸਟ ਪਰਸਨ ਟੂ ਮੇਕ ਦ ਡਾਇਗਨੋਸਿਸ ਆਫ ਸਲੀਪ ਡਿਸਆਰਡਰ। ਸੈਕਿੰਡ, ਸਾਈਕੈਟ੍ਰਿਸਟ ਕਿੱਦਾਂ ਬਣਾਏਗਾ? ਤੁਸੀਂ ਬਾਹਰ ਆ ਕੇ ਕਹੋ ਕਿ ਮੇਰਾ ਟੈਸਟ ਕਰਾ ਲਓ ਜੀ, ਮੈਨੂੰ ਨੀਂਦ ਦੀ ਪ੍ਰੋਬਲਮ ਹੈ। ਟੈਸਟ ਕਰਾਉਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਹਿਸਟਰੀ ਦੇਣਾ, ਉਹਨੂੰ ਸਾਰੀ ਗੱਲਾਂ ਦੱਸਣਾ ਜੋ ਪੁੱਛ ਰਿਹਾ, ਕਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ, ਕਿਸ ਤਰ੍ਹਾਂ ਦੀ ਨੀਂਦ ਦੀ ਪ੍ਰੋਬਲਮ ਹੈ, ਕਿੰਨੀਆਂ ਰਾਤਾਂ ਨੀਂਦ ਨਹੀਂ ਆਈ, ਕਿ ਜੇ ਨੀਂਦ ਨਹੀਂ ਆਉਂਦੀ ਤਾਂ ਕੀ ਹੁੰਦਾ। ਜਿਸ ਤਰ੍ਹਾਂ ਮੈਂ ਲੱਛਣ ਦੱਸੇ ਉਹ ਸਾਰਾ ਕੁਝ ਤੁਸੀਂ ਉਹਨੂੰ ਦੱਸਣਾ। ਸਾਈਕੈਟ੍ਰਿਸਟ ਇਸ ਦੇ ਲਈ ਵੱਖਰੀ ਟੂਲਸ ਦਾ ਯੂਜ਼ ਕਰ ਸਕਦਾ ਹੈ। ਉਹਦੇ ਵਿੱਚੋਂ ਸਭ ਤੋਂ ਕਾਮਨ ਟੂਲ ਹੈ ਸਲੀਪ ਡਾਇਰੀ, ਆਪਾਂ ਕਹਿ ਦਿੰਦੇ ਹਾਂ। ਸਲੀਪ ਡਾਇਰੀ ਬਹੁਤ ਹੀ ਕਾਮਨ ਜੀ, ਇੱਕ ਕਹਿ ਲਓ ਇੱਕ ਪਲਾਨ ਜਿਹਾ ਬਣਿਆ ਹੁੰਦਾ। ਡੇ ਵਾਈਜ਼ ਅਸੀਂ ਟਾਈਮਿੰਗ ਲਿਖੇ ਹੁੰਦੇ ਆ ਕਿ ਮੈਨੂੰ ਇਸ ਰਾਤ ਇੰਨੀ ਨੀਂਦ ਆਈ, ਇੰਨੇ ਵਜੇ ਆਈ, ਇੰਨੇ ਵਜੇ ਮੈਂ ਬੈੱਡ 'ਤੇ ਗਿਆ, ਇੰਨੇ ਵਜੇ ਮੈਂ ਉੱਠਿਆ, ਇੰਨੇ ਵਜੇ ਮੈਂ ਦਵਾਈ ਲਈ, ਇੰਨੇ ਵਜੇ ਮੈਂ ਚਾਹ ਲਈ। ਉਹਨੂੰ ਆਪਾਂ ਜੇ ਇੱਕ ਟੈਬੂਲਰ ਫਾਰਮ 'ਚ ਬਣਾ ਕੇ ਆਪਣੇ ਡਾਕਟਰ ਕੋਲ ਲੈ ਜਾਵਾਂਗੇ, ਕਾਫੀ ਹੱਦ ਤੱਕ ਉਹ ਕਈ ਵਾਰ ਹੈਲਪਫੁਲ ਮਤਲਬ ਸਾਨੂੰ ਹੁੰਦਾ ਤੇ ਉਹ ਸਾਨੂੰ ਸਲੀਪ ਡਿਸਆਰਡਰ ਨੂੰ ਡਾਇਗਨੋਸ ਕਰਨ 'ਚ ਆਸਾਨੀ ਦਿੰਦਾ। ਪਰ ਕਿਸੇ ਵੀ ਚੀਜ਼ ਤੋਂ ਜ਼ਿਆਦਾ, ਕਿਸੇ ਵੀ ਟੂਲ ਤੋਂ ਜ਼ਿਆਦਾ ਹੈ ਸਾਈਕੈਟ੍ਰਿਸਟ ਦਾ ਹਿਸਟਰੀ ਲੈਣਾ। ਉਸ ਤੋਂ ਇਲਾਵਾ ਕੁਝ ਅੱਜ ਕੱਲ੍ਹ ਟੈਸਟ ਨੇ ਜਿਹੜੀ ਆਮ ਤੌਰ 'ਤੇ ਅਵੇਲੇਬਲ ਨਹੀਂ ਹੈ, ਪਰ ਜਸਟ ਦੱਸਣ ਲਈ ਮੈਂ ਤੁਹਾਨੂੰ ਇੱਕ ਨਾਮ ਦੱਸ ਰਿਹਾ, ਐਕਟੀਗ੍ਰਾਫੀ ਤੇ ਪੋਲੀਸੋਮਨੋਗ੍ਰਾਫੀ। ਇਹ ਕੁਝ ਟੈਸਟ ਹੁੰਦੇ ਆ ਜਿਹੜੇ ਆਪਾਂ ਕਈ ਵਾਰ ਸਲੀਪ ਡਿਸਆਰਡਰਸ ਲਈ ਯੂਜ਼ ਕਰ ਸਕਦੇ ਹਾਂ, ਪਰ ਕੁਝ ਕੰਡੀਸ਼ਨਸ ਦੇ ਵਿੱਚ, ਹਰ ਸਲੀਪ ਡਿਸਆਰਡਰ ਦੇ ਵਿੱਚ ਇਹਨਾਂ ਦੀ ਯੂਜ਼ ਨਹੀਂ ਹੁੰਦੀ। ਹੁਣ ਜਦੋਂ ਡਾਇਗਨੋਸਿਸ ਹੋ ਜੇ ਤੇ ਉਹਦੀ ਮੈਨੇਜਮੈਂਟ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਹੁਣ ਮੈਨੇਜਮੈਂਟ ਅਸੀਂ ਕਿਸ ਤਰ੍ਹਾਂ ਕਰਨੀ ਹੈ ਦੋਸਤੋ? ਮੈਨੇਜਮੈਂਟ ਦਾ ਦੋ ਹੀ ਤਰੀਕੇ ਹੁੰਦੇ ਆ। ਇੱਕ ਹੁੰਦਾ ਦਵਾਈਆਂ ਦੇਣਾ, ਫਾਰਮਾਕੋਲੋਜੀਕਲ ਟ੍ਰੀਟਮੈਂਟ। ਦੂਸਰਾ ਹੁੰਦਾ ਨਾਨ ਫਾਰਮਾਕੋਲੋਜੀਕਲ ਟ੍ਰੀਟਮੈਂਟ। ਨਾਨ ਫਾਰਮਾਕੋਲੋਜੀਕਲ ਮਤਲਬ ਅਸੀਂ ਦਵਾਈਆਂ ਤੋਂ ਬਗੈਰ ਉਹਦਾ ਇਲਾਜ ਕਰੀਏ। ਫਾਰਮਾਕੋਲੋਜੀਕਲ ਟ੍ਰੀਟਮੈਂਟ ਵਿੱਚ ਵੱਖਰੀ ਦਵਾਈਆਂ ਨੇ। ਅੱਜ ਕੱਲ੍ਹ ਬਹੁਤ ਹੀ ਸੇਫ ਦਵਾਈਆਂ ਨੇ, ਬੜੀਆਂ ਹੀ ਅਲੱਗ-ਅਲੱਗ ਪ੍ਰੈਪਰੇਸ਼ਨਸ ਅਵੇਲੇਬਲ ਹੈ। ਕੋਈ ਮਾਊਥ ਡਿਜ਼ੋਲਵਿੰਗ ਹੈ, ਮੂੰਹ 'ਚ ਘੁਲਣ ਵਾਲੀ ਗੋਲੀ ਹੈ, ਕੋਈ ਮੂੰਹ 'ਚ ਪੈਚ ਰੱਖ ਦਿਓ ਉਹ ਘੁਲਣ ਵਾਲਾ ਹੁੰਦਾ ਹੈ, ਕੋਈ ਸਪਰੇਅ ਵੀ ਆ ਗਈ ਹੈ, ਇੰਜੈਕਸ਼ਨਸ ਵੀ ਹੈ। ਪਰ ਆਮ ਤੌਰ 'ਤੇ ਅਸੀਂ ਟੈਬਲੇਟਸ ਦਾ ਜਾਂ ਮਾਊਥ ਡਿਜ਼ੋਲਵਿੰਗ ਟੈਬਲੇਟਸ ਦਾ ਹੀ ਯੂਜ਼ ਕਰਨੇ ਆ, ਕਿਉਂਕਿ ਇਹ ਬੈਸਟ ਅਸੀਂ ਦੇਖਿਆ ਰੂਟੀਨ ਦੇ ਵਿੱਚ। ਉਸ ਤੋਂ ਇਲਾਵਾ ਦਵਾਈਆਂ ਤੋਂ ਇਲਾਵਾ ਜਿਹੜੀਆਂ ਵੱਖਰੀ ਦਵਾਈਆਂ ਵੱਖਰੇ ਮਰੀਜ਼ਾਂ 'ਤੇ ਕੰਮ ਕਰਦੀਆਂ ਨੇ। ਕਈ ਵਾਰ ਕੋਈ ਮਰੀਜ਼ ਸੋਚਦਾ ਆ ਕੇ ਸਾਨੂੰ ਕਹਿੰਦਾ, ਡਾਕਟਰ ਸਾਹਿਬ ਮੈਨੂੰ ਨੀਂਦ ਨਹੀਂ ਆਉਂਦੀ ਤੇ ਮੈਂ ਇਹੀ ਗੋਲੀ ਦੂਸਰੇ ਮੇਰੀ ਭਾਬੀ ਨੂੰ ਜਾਂ ਮੇਰੀ ਮਦਰ ਨੂੰ ਨਹੀਂ ਆਉਂਦੀ ਤੇ ਮੈਂ ਦੇ ਦਾਂ। ਐਦਾਂ ਦਾ ਬਿਲਕੁਲ ਨਹੀਂ ਕਰਨਾ, ਕਿਉਂਕਿ ਜਿਹੜੀ ਦਵਾਈ ਤੁਹਾਡੇ 'ਤੇ ਕੰਮ ਕਰਦੀ ਹੈ ਉਹ ਦੂਸਰੇ 'ਤੇ ਹੋ ਸਕਦਾ ਉਹ ਬਿਲਕੁਲ ਹੀ ਹਾਰਮਫੁਲ ਸਾਈਡ ਇਫੈਕਟ ਦੇ ਕੋਈ, ਤੇ ਤੁਸੀਂ ਆਪਣੇ ਮਰੀਜ਼ ਨੂੰ ਖਰਾਬ ਕਰ ਦਿਓ। ਹਰ ਡਾਕਟਰ ਲਈ ਹਰ ਮਰੀਜ਼ ਇੱਕ ਡਿਫਰੈਂਟ ਮਤਲਬ ਪੇਸ਼ੈਂਟ ਹੁੰਦਾ। ਉਹ ਦੇਖਦਾ ਹਿਸਟਰੀ ਲੈ ਕੇ ਕਿ ਇਹਨੂੰ ਕੀ ਪ੍ਰੋਬਲਮ ਹੈ, ਉਸ ਹਿਸਾਬ ਦੀ ਇੰਨੀ ਦਵਾਈ ਪਾਇਓ। ਐਲਡਰਲੀ ਹੈ, ਉਹਦੇ 'ਚ ਆਪਾਂ ਜ਼ਿਆਦਾ ਲੰਬੀ ਡਿਊਰੇਸ਼ਨ ਵਾਲੀ ਦਵਾਈ ਨਹੀਂ ਦੇ ਸਕਦੇ, ਅਗਲੇ ਦਿਨ ਉਹਨਾਂ ਨੂੰ ਕੋਈ ਪ੍ਰੋਬਲਮ ਆ ਸਕਦੀ ਹੈ। ਇਸ ਤਰ੍ਹਾਂ ਹੀ ਜਿਹੜੇ ਯੰਗ ਵਾਲੇ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਦਵਾਈ ਦੇਣੀ ਹੈ ਕਿ ਤਾਂ ਕਿ ਉਹਨਾਂ ਨੂੰ ਰਾਤ ਨੂੰ ਨੀਂਦ ਚੰਗੀ ਆ ਜਾਏ, ਦਿਨੇ ਉਹ ਕੰਮ ਕਰ ਸਕਣ। ਐਲਡਰਲੀ 'ਚ ਵੀ ਸਾਨੂੰ ਅਲੱਗ ਤਰੀਕੇ ਦਾ ਦੇਖਣਾ ਪੈਂਦਾ, ਉਹਨਾਂ ਦੀ ਲਿਵਰ ਵੀਕ ਹੋ ਜਾਂਦੀ ਹੈ, ਉਸ ਤਰ੍ਹਾਂ ਦੀ ਦਵਾਈਆਂ ਦੇਣੀਆਂ ਪੈਂਦੀਆਂ ਕਿ ਲਿਵਰ 'ਤੇ ਬਹੁਤਾ ਨੁਕਸਾਨ ਨਾ ਕਰਨ, ਕਿਡਨੀਆਂ 'ਤੇ ਜ਼ਿਆਦਾ ਨੁਕਸਾਨ ਨਾ ਕਰਨ। ਅਤੇ ਬੜਾ ਸੋਚ ਸਮਝ ਕੇ ਇਹ ਚੀਜ਼ ਕਰਨੀ ਹੈ, ਕਿਸੇ ਨੂੰ ਆਪਣੀ ਦਵਾਈ ਨਹੀਂ ਦੇਣੀ। ਦੂਸਰਾ ਨਾਨ ਫਾਰਮਾਕੋਲੋਜੀਕਲ
ਥੈਰੇਪੀ ਦੀ ਜੇ ਮੈਂ ਗੱਲ ਕਰਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਸਲੀਪ ਹਾਈਜੀਨ ਬਾਰੇ ਦੱਸਣਾ। ਸਲੀਪ ਹਾਈਜੀਨ ਮੈਂ ਦੁਬਾਰਾ ਦੱਸੂਗਾ, ਪਰ ਮੈਂ ਇੱਥੇ ਇਹ ਵੀ ਮੈਂਸ਼ਨ ਕਰੂੰਗਾ ਸਲੀਪ ਹਾਈਜੀਨ ਬਾਰੇ ਡਾਕਟਰ ਮਾਲਵਿਕਾ ਦੂਜਾ ਉਹਨਾਂ ਨੇ ਵੀ ਇੱਕ ਵੀਡੀਓ ਬਣਾਈ ਹੋਈ ਹੈ ਸਾਡੇ ਚੈਨਲ 'ਚ, ਉਹ ਤੁਸੀਂ ਥੱਲੇ ਬਰਾਊਜ਼ ਕਰ ਸਕਦੇ ਹੋ। ਸਲੀਪ ਹਾਈਜੀਨ 'ਤੇ ਐਕਸਕਲੂਸਿਵਲੀ ਉਹ ਵੀਡੀਓ ਹੈ 5 ਮਿੰਟ ਦੀ, ਉਹ ਵੀ ਜ਼ਰੂਰ ਦੇਖੋ। ਇੱਥੇ ਮੈਂ ਦੁਬਾਰਾ ਮੈਂਸ਼ਨ ਕਰ ਰਿਹਾ ਸਲੀਪ ਹਾਈਜੀਨ ਕੀ ਹੁੰਦਾ। ਜਿੱਦਾਂ ਸਾਡੀ ਪਰਸਨਲ ਹਾਈਜੀਨ ਹੁੰਦੀ ਹੈ ਇੱਦਾਂ ਹੀ ਸਲੀਪ ਹਾਈਜੀਨ ਹੁੰਦੀ ਹੈ ਕਿ ਨੀਂਦ ਨੂੰ ਬੈਟਰ ਬਣਾਉਣ ਦੀ ਕੁਝ ਟਿਪਸ ਹੁੰਦੀਆਂ। ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਟਾਈਮ 'ਤੇ ਸੋਣਾ, ਟਾਈਮ 'ਤੇ ਉੱਠਣਾ, ਇੱਕ ਪੱਕਾ ਟਾਈਮ ਨਿਰਧਾਰਿਤ ਕਰ ਲੈਣਾ। ਸ਼ਾਮ ਨੂੰ 6 ਵਜੇ ਤੋਂ ਬਾਅਦ ਚਾਹ, ਕੌਫੀ ਜਾਂ ਕੋਈ ਵੀ ਕੈਫੀਨੇਟਿਡ ਜਿਹੜੀ ਬੈਵਰੇजेस ਹੈ ਅਵੋਇਡ ਕਰਨਾ। ਸ਼ਾਮ ਨੂੰ 6-7 ਵਜੇ ਤੋਂ ਬਾਅਦ ਕੋਈ ਹੈਵੀ ਐਕਸਰਸਾਈਜ਼ ਅਵੋਇਡ ਕਰਨਾ। 7 ਵਜੇ ਤੋਂ ਬਾਅਦ ਕੋਈ ਵੀ ਹੈਵੀ ਐਕਸਰਸਾਈਜ਼ ਅਵੋਇਡ ਕਰਨਾ। ਹੈਵੀ ਫੂਡ ਅਵੋਇਡ ਕਰਨਾ। ਰਾਤ ਨੂੰ ਜਦੋਂ ਵੀ ਆਪਾਂ ਸੋਣਾ ਹੈ ਤੇ ਆਪਾਂ ਆਪਣੇ ਆਸ-ਪਾਸ ਪੂਰਾ ਹਨੇਰਾ ਕਰਕੇ ਸੋਣਾ। ਈਵਨ ਚਾਰਜਰ ਤੱਕ ਦੀ ਲਾਈਟ ਨਹੀਂ ਹੋਣੀ ਚਾਹੀਦੀ। ਤੇ ਟੈਂਪਰੇਚਰ ਸਾਡਾ ਸੈੱਟ ਹੋਏ। ਜੇ ਠੰਡ ਹੈ ਤੇ ਅਸੀਂ ਥੋੜ੍ਹਾ ਜਿਹਾ ਵਾਰਮ ਵਗੈਰਾ ਕੀਤਾ ਹੋਏ ਆਪਣੇ ਆਪ ਨੂੰ, ਕੰਬਲ ਰਜਾਈ। ਤੇ ਸਵੇਰੇ ਉੱਠ ਕੇ ਜਦੋਂ ਆਪਾਂ ਉੱਠੀਏ ਤੇ ਆਪਾਂ ਉੱਠਦੇ ਸਾਰ ਹੀ ਥੋੜ੍ਹਾ ਆਪਣੀ ਅੱਖਾਂ ਨੂੰ ਜਿਹੜੀ ਨੈਚੁਰਲ ਰੌਸ਼ਨੀ ਹੈ ਬਾਹਰ ਉਹਨੂੰ ਪੈਣ ਦਈਏ। ਉਸ ਤੋਂ ਇਲਾਵਾ ਸਲੀਪ ਹਾਈਜੀਨ ਤੋਂ ਇਲਾਵਾ ਇੱਕ ਹੁੰਦੀ ਹੈ ਸਟਿਮੂਲਸ ਕੰਟਰੋਲ ਥੈਰੇਪੀ। ਸਟਿਮੂਲਸ ਕੰਟਰੋਲ ਥੈਰੇਪੀ ਦਾ ਮਤਲਬ ਹੈ ਕਿ ਅਸੀਂ ਜਿਹੜਾ ਬੈੱਡ ਹੈ ਸਾਡਾ, ਜਿੱਥੇ ਅਸੀਂ ਜਿਸ ਰੂਮ 'ਚ ਸੌਂਦੇ ਹਾਂ, ਜਿਸ ਬੈੱਡਰੂਮ 'ਚ ਸੌਂਦੇ ਹਾਂ, ਜਿਸ ਬੈੱਡ 'ਤੇ ਸੌਂਦੇ ਹਾਂ, ਉਸ ਦਾ ਇਸਤੇਮਾਲ ਬਸ ਰਾਤੀ ਸੌਣ ਲਈ ਕਰੀਏ। ਉਸ ਬੈੱਡ 'ਤੇ ਬੈਠ ਕੇ ਦਿਨੇ ਕੋਈ ਕੰਮ ਨਹੀਂ ਕਰਨਾ। ਉਸ ਬੈੱਡ 'ਤੇ ਬੈਠ ਕੇ ਦਿਨੇ ਟੀਵੀ ਨਹੀਂ ਦੇਖਣਾ ਜਾਂ ਕੋਈ ਖਾਣਾ ਨਹੀਂ ਖਾਣਾ, ਅਖਬਾਰ ਨਹੀਂ ਪੜ੍ਹਨੀ, ਕੋਈ ਕੰਮ ਨਹੀਂ ਕਰਨਾ। ਬਸ ਉਸ ਬੈੱਡ ਦਾ ਯੂਜ਼ ਤੁਸੀਂ ਜਾਂ ਉਸ ਬੈੱਡਰੂਮ ਦਾ ਬਸ ਰਾਤ ਨੂੰ ਕਰੋ, ਯੂਜ਼ ਕਰੋ। ਇਸ ਤੋਂ ਇਲਾਵਾ ਹੁੰਦਾ ਹੈ ਸਲੀਪ ਰਿਸਟ੍ਰਿਕਸ਼ਨ ਥੈਰੇਪੀ। ਇਹ ਇੱਕ ਅਲੱਗ ਤਰੀਕੇ ਦੀ ਹੈ ਥੈਰੇਪੀ। ਇਹਦੇ ਵਿੱਚ ਆਪਾਂ ਇੱਕ ਟਾਈਮ ਫਿਕਸ ਕਰ ਲੈਂਦੇ ਹਾਂ ਕਿ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਉੱਠਣਾ ਅਤੇ ਉਸ ਟਾਈਮ ਨੂੰ ਆਪਾਂ ਅੱਗੇ ਪਿੱਛੇ ਕਰ ਕਰਕੇ ਬੰਦੇ ਦਾ ਨੀਂਦ ਦਾ ਸਾਈਕਲ ਫਿੱਟ ਕਰਨੇ ਆ ਜਾਂ ਸੈੱਟ ਕਰਨੇ ਆ। ਇਸ ਵੀਡੀਓ ਦੇ ਰਾਹੀਂ ਸਲੀਪ ਰਿਸਟ੍ਰਿਕਸ਼ਨ ਨੂੰ ਸਮਝਾਉਣਾ ਬਹੁਤ ਹੀ ਔਖਾ ਹੈ। ਜੇ ਕੋਈ ਮਰੀਜ਼ ਨੂੰ ਲੋੜ ਪਏ ਆਪਾਂ ਸਾਹਮਣੇ ਬੈਠ ਕੇ ਉਹਨੂੰ ਸਮਝਾ ਸਕਦੇ ਹਾਂ। ਇਹ ਸੀਗੀਆਂ ਕੁਝ ਥੈਰੇਪੀਜ਼। ਇਸ ਤੋਂ ਇਲਾਵਾ ਆਪਾਂ ਜਦੋਂ ਵੀ ਨੀਂਦ ਦੀ ਬਿਮਾਰੀ ਨੂੰ ਡਾਇਗਨੋਸ ਕਰਨਾ ਹੈ ਜਾਂ ਟਰੀਟ ਕਰਨਾ, ਨਾਲ ਨਾਲ ਅਸੀਂ ਇਹ ਵੀ ਦੇਖਣਾ ਉਹਨੂੰ ਹੋਰ ਕੋਈ ਮੈਡੀਕਲ ਕੋਮੋਰਬਿਡਿਟੀ ਤੇ ਨਹੀਂ ਹੈ ਜਾਂ ਮੈਡੀਕਲ ਡਿਸਆਰਡਰ ਤੇ ਨਹੀਂ ਹੈ ਜਾਂ ਹੋਰ ਕਿਸੇ ਤਰ੍ਹਾਂ ਦਾ ਸਾਈਕੈਟ੍ਰਿਕ ਡਿਸਆਰਡਰ ਤੇ ਨਹੀਂ ਹੈ, ਕਿਉਂਕਿ ਬੜਾ ਕਾਮਨ ਹੈ ਇਨਸੋਮਨੀਆ ਦੇ ਡਿਸਆਰਡਰ ਦੇ ਨਾਲ ਨਾਲ ਡਿਪਰੈਸ਼ਨ ਹੋਣਾ, ਇਨਸੋਮਨੀਆ ਦੇ ਡਿਸਆਰਡਰ ਨਾਲ ਐਂਗਜ਼ਾਈਟੀ ਹੋਣਾ, ਇਨਸੋਮਨੀਆ ਦੇ ਡਿਸਆਰਡਰ ਨਾਲ ਥਾਇਰਾਇਡ ਦੀ ਪ੍ਰੋਬਲਮ ਹੋਣਾ, ਬੀਪੀ ਦੀ ਪ੍ਰੋਬਲਮ ਹੋਣਾ, ਸ਼ੂਗਰ ਦੀ ਪ੍ਰੋਬਲਮ ਹੋਣਾ। ਤੇ ਸਾਨੂੰ ਸਾਰੀਆਂ ਚੀਜ਼ਾਂ ਨੂੰ ਇਕੱਠੇ ਟਰੀਟ ਕਰਨਾ। ਅਸੀਂ ਵੇਟ ਨਹੀਂ ਕਰਨੀ ਕਿ ਹਾਂ ਚੱਲ ਮੈਂ ਬੀਪੀ ਦਾ ਇਲਾਜ ਕਰਾ ਲੈਂਦੀ ਹਾਂ ਅਤੇ ਨੀਂਦ ਦਾ ਬਾਅਦ 'ਚੋਂ ਕਰਾਵਾਂਗੀ। ਬੀਪੀ ਦਾ ਵੀ ਨਾਲ ਹੋਣਾ ਅਤੇ ਨੀਂਦ ਦਾ ਵੀ ਨਾਲ ਹੀ ਹੋਣਾ, ਅਤੇ ਸਾਰੀ ਚੀਜ਼ਾਂ ਨੂੰ ਤੋਲ ਮੋਲ ਕੇ ਅਸੀਂ ਇਲਾਜ ਕਰਾਉਣਾ। ਹੁਣ ਬਸ ਇਸ ਵੀਡੀਓ ਦਾ ਮੈਂ ਥੋੜ੍ਹੀ ਦੇਰ ਤੱਕ ਐਂਡ ਕਰ ਰਿਹਾ, ਪਰ ਐਂਡ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਲੋਕਾਂ ਦੇ ਵਿੱਚ ਬਹੁਤ ਹੀ ਮਿੱਥ ਹੈ ਕਿ ਸਾਈਕੈਟਰਿਸਟ ਕੋਲ ਜਾਣ ਲਈ, ਨੀਂਦ ਦੀ ਬਿਮਾਰੀ ਦੇ ਇਲਾਜ ਲਈ। ਉਹ ਮਿੱਥ ਨੂੰ ਮੈਂ ਜਾਂ ਉਹ ਜਿਹੜੇ ਉਹਨਾਂ ਦੀ ਮਨਘੜੰਤ ਮਤਲਬ ਇੱਕ ਭਾਵਨਾਵਾਂ ਨੇ ਉਹਨਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ। ਲੋਕ ਸਮਝਦੇ ਆ ਕਿ ਨੀਂਦ ਦੀ ਬਿਮਾਰੀ ਲਈ ਇਲਾਜ ਕਰਾਉਣ ਜਾਵਾਂਗਾ ਜਾਂ ਜਾਵਾਂਗੀ ਅਤੇ ਉਹਦਾ ਇਲਾਜ ਬਹੁਤ ਹੀ ਲੰਬਾ ਸਾਲ ਤੱਕ ਚੱਲੇਗਾ, ਮੈਨੂੰ ਦਵਾਈ ਦੀ ਉਹ ਲੱਤ ਲਾ ਦੇਣਗੇ। ਦੋਸਤੋ ਇਹੋ ਜਿਹਾ ਕੁਛ ਨਹੀਂ ਹੈ। ਦੇਖੋ ਜੇ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ, ਜੇ ਕਿਸੇ ਨੂੰ ਸ਼ਾਰਟ ਟਰਮ ਇਨਸੋਮਨੀਆ, ਉਹ ਜਲਦੀ ਤੋਂ ਜਲਦੀ ਆਪਣੇ ਡਾਕਟਰ ਕੋਲ ਜਾਓ, ਸਾਈਕੈਟਰਿਸਟ ਕੋਲ ਜਾਓ। ਉਹਦਾ ਇਲਾਜ ਜਲਦੀ ਮਹੀਨੇ ਦੇ ਵਿੱਚ ਖਤਮ ਹੋ ਜਾਂਦਾ ਹੈ। ਦਵਾਈ ਪਾ ਕੇ ਸੈੱਟ ਕਰਕੇ ਹੌਲੀ ਹੌਲੀ ਆਪਾਂ ਘਟਾ ਕੇ ਬੰਦ ਵੀ ਕਰ ਦਿੰਦੇ ਹਾਂ। ਅਤੇ ਜੇ ਕਰੋਨਿਕ ਇਨਸੋਮਨੀਆ ਹੋ ਜਾਏ, ਹਾਂ ਉਹਦੇ 'ਚ ਦਵਾਈ ਥੋੜ੍ਹੀ ਲੰਬੀ ਚੱਲਦੀ ਹੈ, ਪਰ ਇਹ ਨਹੀਂ ਕਹਿ ਸਕਦੇ ਕਿ ਹਾਂ ਕਿੰਨੀ ਦੇਰ ਚੱਲੇਗੀ। ਉਹ ਤਾਂ ਟਾਈਮ ਨਾਲ ਹੀ ਪਤਾ ਲੱਗੇਗਾ। ਜੇ ਕਿਸੇ ਨੂੰ ਦਵਾਈ ਲੰਬੀ ਲੈਣੀ ਵੀ ਪੈ ਰਹੀ ਹੈ, ਮੰਨ ਲਓ ਕਿ ਕੋਈ ਆ ਕੇ ਕਹਿੰਦਾ ਮੈਂ ਤਾਂ ਜਦੋਂ ਦੀ ਨੀਂਦ ਦੀ ਪ੍ਰੋਬਲਮ ਆਈ ਨਾ ਗੋਲੀਆਂ ਹੀ ਖਾਈ ਜਾਂਦਾ, ਅਤੇ ਉਹ ਜੇ ਆ ਕੇ ਕਹਿ ਰਿਹਾ ਕਿ ਹਾਂ ਮੈਂ ਬੜੀ ਦੇਰ ਤੋਂ ਗੋਲੀਆਂ ਖਾ ਰਿਹਾ, ਉਹਨੂੰ ਪੁੱਛੋ ਕਦੀ ਤੂੰ ਇੱਕ ਗੋਲੀ ਤੋਂ ਵੱਧ ਖਾਧੀ? ਇੱਦਾਂ ਕਦੀ ਵੀ ਨਹੀਂ ਹੋਏਗਾ। ਜੇ ਕੋਈ ਇੱਕ ਗੋਲੀ 'ਤੇ ਸੈੱਟ ਹੋਇਆ ਆਮ ਤੌਰ 'ਤੇ ਇਹੀ ਦੇਖਿਆ ਸੀ ਕਿ ਕਿੰਨੇ ਸਾਲ ਉਹ ਇੱਕ ਟੈਬਲੇਟ ਨਾਲ ਬਿਲਕੁਲ ਠੀਕ ਰਹਿੰਦਾ, ਕੋਈ ਉਹਦੇ ਸਾਈਡ ਇਫੈਕਟ ਨਹੀਂ ਹੁੰਦੇ। ਉਹ ਇਸ ਕਰਕੇ ਹੈ ਇੱਕ ਗੋਲੀ ਕਈਆਂ ਨੂੰ, ਕਈ ਮਰੀਜ਼ਾਂ ਨੂੰ, ਬਹੁਤ ਘੱਟ ਮਰੀਜ਼ਾਂ ਨੂੰ ਇੱਕ ਗੋਲੀ ਖਾਣੀ ਪੈਂਦੀ ਹੈ। ਉਹਦਾ ਕਾਰਨ ਕੀ ਹੁੰਦਾ ਹੈ? ਕਿਉਂਕਿ ਉਹਨਾਂ ਦੀ ਇਨਸੋਮਨੀਆ ਦੀ ਪ੍ਰੋਬਲਮ ਹੀ ਇਸ ਹੱਦ ਤੱਕ ਪਹੁੰਚ ਗਈ ਹੁੰਦੀ ਹੈ ਕਿ ਉਹ ਜੇ ਦਵਾਈ ਨਹੀਂ ਦੇਵਾਂਗੇ ਅਤੇ ਉਹਨਾਂ ਦੀ ਨੋਰਮਲ ਸਲੀਪ ਬੰਦ ਹੀ ਹੋ ਗਈ ਹੋਈ ਹੈ, ਅਤੇ ਉਹ ਦਵਾਈ ਤੋਂ ਬਿਨਾਂ ਕਿਸ ਤਰ੍ਹਾਂ ਆਏਗੀ? ਅਤੇ ਉਹ ਆਪਾਂ ਦਵਾਈ ਨਾਲ ਠੀਕ ਕਰ ਰਹੇ ਹਾਂ। ਅਤੇ ਉਹਨਾਂ ਨੂੰ ਇਹ ਸੋਚ ਕੇ ਲੋਕੀ ਆਪਣੇ ਦਿਮਾਗ ਨੂੰ ਖਰਾਬ ਕਰਨ ਕਿ ਹਾਂ ਮੈਂ ਦਵਾਈ ਨਾਲ ਹੀ ਆਪਣੀ ਨੈਚੁਰਲ ਸਲੀਪ ਲੈ ਰਹੇ ਹਾਂ, ਅਤੇ ਉਹ ਬਿਲਕੁਲ ਗਲਤ ਹੈ। ਨੈਚੁਰਲ ਸਲੀਪ ਨਹੀਂ ਲੈ ਰਹੇ ਤੁਸੀਂ ਦਵਾਈ ਨਾਲ, ਤੁਸੀਂ ਆਪਣੀ ਨੀਂਦ ਦੀ ਬਿਮਾਰੀ ਨੂੰ ਦਵਾਈ ਨਾਲ ਦੂਰ ਕਰ ਰਹੇ ਹੋ। ਹੁਣ ਕਈ ਬਿਮਾਰੀਆਂ ਹੁੰਦੀਆਂ ਹੀ ਲੰਬੀਆਂ, ਆਪਾਂ ਕੁਝ ਕਰ ਹੀ ਨਹੀਂ ਸਕਦੇ ਉਹਦਾ। ਹੁਣ ਬੀਪੀ ਦੀ ਬਿਮਾਰੀ, ਸ਼ੂਗਰ ਦੀ ਬਿਮਾਰੀ, ਕੋਈ ਆ ਕੇ ਮੈਡੀਕਲ ਸਪੈਸ਼ਲਿਸਟ ਨੂੰ ਨਹੀਂ ਪੁੱਛਦਾ ਕਿ ਡਾਕਟਰ ਸਾਹਿਬ ਮੈਨੂੰ ਦਵਾਈ ਕਿੰਨੀ ਦੇਰ ਤੱਕ ਖਾਣੀ, ਚੁੱਪ ਕਰਕੇ ਖਾਈ ਜਾਂਦੇ ਆ। ਅਤੇ ਨੀਂਦ ਦਾ ਇੰਨਾ ਕਿਉਂ ਤੁਸੀਂ ਵਿਰੋਧ ਕਰਦੇ ਹੋ? ਕਿਉਂ ਇਹਨੂੰ ਨੀਂਦ ਦੀ ਬਿਮਾਰੀ ਨੂੰ ਬਿਮਾਰੀ ਨਹੀਂ ਸਮਝਦੇ? ਸੇਮ ਹੈ ਦੋਸਤੋ, ਸੇਮ ਹੈ। ਆਪਣਾ ਇਹਨੂੰ ਸਮਝੋ, ਇਹਦਾ ਇਲਾਜ ਕਰਾਓ, ਅਤੇ ਕੋਈ ਵੀ ਆਪਣੇ ਜੋ ਤੁਹਾਡੇ ਮਿੱਥ ਹੈ ਤੁਹਾਡੇ ਦਿਮਾਗ 'ਚ ਗਲਤ ਭਾਵਨਾਵਾਂ ਬਸੀਆਂ ਹੋਈਆਂ, ਅਤੇ ਉਹਨੂੰ ਕਲੀਅਰ ਕਰੋ ਸਾਈਕੈਟਰਿਸਟ ਕੋਲ ਜਾ ਕੇ।
ਤੇ ਚਲੋ ਥੈਂਕ ਯੂ ਸੋ ਮਚ, ਤੁਸੀਂ ਪੇਸ਼ੈਂਟਲੀ ਇਹ ਮੇਰੀ ਵੀਡੀਓ ਦੇਖੀ ਹੈ। ਵੀਡੀਓ ਹੋ ਸਕਦਾ ਕਾਫੀਆਂ ਨੂੰ ਹੈਲਪ ਕਰੇ। ਤੇ ਕਿਸੇ ਨੂੰ ਕੋਈ ਕੁਐਰੀ ਹੈ ਕਮੈਂਟ ਬਾਕਸ 'ਚ ਕਮੈਂਟ ਪਾਓ, ਲਾਈਕ ਕਰੋ ਇਸ ਵੀਡੀਓ ਨੂੰ, ਖੂਬ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਪਿਊਸ਼ਿਕਾ ਮੈਂਟਲ ਹੈਲਥ ਗਾਈਡ। ਥੈਂਕ ਯੂ ਸੋ ਮਚ।